ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਸਾਰੰਗ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 5 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 26ਵੀਂ ਪੌੜੀ ਦੀ ਵਿਚਾਰ ਆਰੰਭ ਕਰ ਰਹੇ ਹਾਂ। ਇਸ ਪਾਵਨ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1247 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵਹਿ ਹੋਰ, ਨਾਨਕ ਜੰਪੁਰ ਬੱਧੇ ਮਾਰੀਆਂ ਹੈ ਜਿਉ ਸੰਨੀ ਉੱਪਰ ਚੋਰ। ਜਿਨੀ ਦਾ ਮਤਲਬ ਜਿਨ੍ਹਾਂ ਨੇ, ਨਾਮ ਵਿਸਾਰਿਆ ਦਾ ਮਤਲਬ ਪ੍ਰਭੂ ਦੇ ਹੁਕਮ ਨੂੰ ਵਿਸਾਰ ਦਿੱਤਾ ਹੈ, ਪ੍ਰਭੂ ਦੀ ਸਿਫਤ ਸਲਾਹ ਨੂੰ, ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ। ਬਹੁ ਕਰਮ ਕਮਾਵੇਂ ਹੋਰ, ਹੋਰ ਕਰਮ ਦਾ ਮਤਲਬ ਹੋਰ ਕੰਮ, ਹੋਰ ਕੰਮ ਬਹੁਤ ਸਾਰੇ ਕਰਦੇ ਨੇ ਉਹ। ਰੱਬੀ ਰਜਾ ਵਿੱਚ ਨਹੀਂ ਤੁਰਦੇ। ਨਾਮ ਦਾ ਮਤਲਬ ਰੱਬੀ ਰਜਾ ਨੂੰ ਭੁਲਾ ਦਿੱਤਾ ਹੈ, ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕਰਦੇ, ਲੇਕਿਨ ਹੋਰ ਬਹੁਤ ਕਰਮ ਕਰ ਰਹੇ ਨੇ। ਬੇਸ਼ੱਕ ਉਹ ਤੀਰਥ ਨੇ, ਵਰਤ ਨੇ, ਨਰਾਤੇ ਨੇ, ਸਰਾਧ ਨੇ, ਇਸ ਤੋਂ ਇਲਾਵਾ ਲੱਭ ਲੋਭ, ਚੋਰੀਆਂ, ਠੱਗੀਆਂ, ਐਸੇ ਕਰਮ ਬੜੇ ਕਰਦੇ ਨੇ, ਪਰ ਰੱਬੀ ਨਾਮ ਨੂੰ, ਰੱਬੀ ਹੁਕਮ ਨੂੰ, ਰੱਬੀ ਗੁਣਾਂ ਨੂੰ ਜਿਨ੍ਹਾਂ ਨੇ ਭੁਲਾ ਦਿੱਤਾ ਹੈ, ਐਸੀ ਜੋ ਜ਼ਿੰਦਗੀ ਜੀ ਰਹੇ ਨੇ, ਤਾਂ ਉਹਨਾਂ ਦੀ ਹਾਲਾਤ ਕੀ ਹੁੰਦੀ ਹੈ? ਨਾਨਕ ਜੰਪੁਰ ਬੱਧੇ ਮਾਰੀਆਂ ਹੈ ਜਿਉ ਸੰਨੀ ਉੱਪਰ ਚੋਰ। ਮਾਰੀਆਂ ਦਾ ਮਤਲਬ ਮਾਰ ਖਾਂਦੇ ਨੇ। ਜੰਪੁਰ ਦਾ ਮਤਲਬ ਜਮਾਂ ਦੀ ਪੁਰੀ ਵਿੱਚ। ਜਮਾਂ ਦੀ ਪੁਰੀ ਦਾ ਮਤਲਬ ਜੋ ਵਿਕਾਰਾਂ ਦੀ ਪੁਰੀ ਹੈ, ਕਾਮ, ਕ੍ਰੋਧ ਆਦਿਕ। ਸੰਨੀ ਦਾ ਮਤਲਬ ਜਿਵੇਂ ਸੰਨ ਲਾਉਂਦੇ ਨੇ ਨਾ, ਪੁਰਾਣੇ ਜ਼ਮਾਨਿਆਂ ਵਿੱਚ ਲੋਕ ਚੋਰ ਸੰਨ ਲਾਉਂਦੇ ਸੀ। ਖਾਸ ਕਰਕੇ ਮੱਝਾਂ ਗਾਵਾਂ ਦੀ ਵੀ ਚੋਰੀ ਹੁੰਦੀ ਸੀ, ਘਰ ਦਾ ਸਮਾਨ ਚੋਰੀ ਚੁੱਕ ਕੇ ਲੈ ਜਾਂਦੇ ਸੀ। ਤੇ ਸੰਨ ਕਹਿੰਦੇ ਨੇ ਪਿੱਛੋਂ ਕੰਧ ਨੂੰ ਪਾੜ ਕੇ, ਕੰਧ ਦੇ ਵਿੱਚੋਂ ਮੰਗੋਰਾ ਬਣਾ ਕੇ ਘਰ ਦੇ ਵਿੱਚੋਂ ਸਮਾਨ ਕੱਢਣਾ। ਉਹ ਜੋ ਕੰਧ ਵਿੱਚ ਮੋਰਾ ਬਣਾਉਂਦੇ ਨੇ ਉਹਨੂੰ ਸੰਨ ਕਹਿੰਦੇ ਨੇ, ਸੰਨੀ। ਤੇ ਸੰਨ ਲਾਉਂਦਿਆਂ, ਚੋਰੀ ਕਰਦਿਆਂ ਜੇ ਕੋਈ ਚੋਰ ਫੜਿਆ ਜਾਏ ਤੇ ਉਸਨੂੰ ਫਿਰ ਮਾਰ ਬੜੀ ਪੈਂਦੀ ਹੈ। ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਰੱਬੀ ਰਜਾ ਨੂੰ ਭੁਲਾ ਦਿੱਤਾ ਹੈ, ਰੱਬੀ ਗੁਣਾਂ ਨੂੰ ਭੁਲਾ ਦਿੱਤਾ ਹੈ, ਰੱਬ ਦੀ ਰਜਾ ਵਿੱਚ, ਭਾਣੇ ਵਿੱਚ, ਗੁਣਾਂ ਦੇ ਵਿੱਚ ਨਹੀਂ ਤੁਰਦੇ, ਹੋਰ ਬੜੇ ਕਰਮ ਕਰਦੇ ਨੇ, ਚਾਹੇ ਉਹ ਤੀਰਥਾਂ ਦਾ ਇਸ਼ਨਾਨ ਹੈ, ਵਰਤ ਨਰਾਤੇ, ਸਰਾਧ ਨੇ, ਜਾਂ ਹੋਰ ਕਰਮ ਕਾਂਡ ਨੇ, ਹੇਰਾ ਫੇਰੀਆਂ ਨੇ, ਚੋਰ ਬਜ਼ਾਰੀਆਂ ਨੇ, ਤਾਂ ਉਹ ਵਿਕਾਰਾਂ ਦੇ ਵਿੱਚ ਵੱਜੇ ਹੋਏ ਮਾਰੇ ਜਾਂਦੇ ਨੇ। ਉਹਨਾਂ ਦੀ ਜਿਹੜੀ ਸੁਰਤ ਹੈ ਉਹ ਵਿਕਾਰਾਂ ਵਿੱਚ ਜਕੜੀ ਰਹਿੰਦੀ ਹੈ। ਆਤਮਕ ਮੌਤੇ ਉਹ ਮਰ ਜਾਂਦੇ ਨੇ ਔਰ ਦੁੱਖ ਸਹਾਰਦੇ ਨੇ। ਉਹਨਾਂ ਨੂੰ ਹਮੇਸ਼ਾ ਪਰੇਸ਼ਾਨੀਆਂ, ਡਰ ਔਰ ਚਿੰਤਾਵਾਂ ਬਣੀਆਂ ਰਹਿੰਦੀਆਂ ਨੇ ਔਰ ਆਤਮਕ ਮੌਤੇ ਮਾਰੇ ਜਾਂਦੇ ਨੇ। ਉਹਨਾਂ ਦਾ ਜੀਵਨ ਦੁਖਦਾਈ ਹੁੰਦਾ ਹੈ। ਮਹਿਲਾ ਪੰਜਵਾਂ। ਧਰਤ ਸੁਹਾਵੜੀ ਆਕਾਸ਼ ਸੁਹੰਦਾ, ਜਪੰਦਿਆਂ ਹਰ ਨਾਉ। ਧਰਤ ਸੁਹਾਵੜੀ, ਆਕਾਸ਼ ਸੁਹੰਦਾ ਦਾ ਮਤਲਬ ਜੇਕਰ ਜਪੰਦਿਆਂ ਦਾ ਮਤਲਬ ਜਾਣਨਾ, ਜਪ ਦਾ ਮਤਲਬ ਜਾਣਨਾ, ਸਾਂਝ ਪਾਣੀ। ਹਰ ਨਾਉ ਦਾ ਮਤਲਬ ਪ੍ਰਭੂ ਦਾ ਜੋ ਹੁਕਮ ਹੈ। ਜੇ ਰੱਬੀ ਹੁਕਮ ਦੇ ਨਾਲ ਸਾਂਝ ਪਾਈ ਜਾਏ, ਰੱਬੀ ਹੁਕਮ ਦੇ ਅੰਦਰ ਚੱਲਿਆ ਜਾਏ, ਤਾਂ ਫਿਰ ਧਰਤੀ ਔਰ ਆਕਾਸ਼ ਸੁਹਾਵਣੇ ਲੱਗਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਠੰਡ ਵਰਤੀ ਰਹਿੰਦੀ ਹੈ, ਉਹਨਾਂ ਦੇ ਅੰਦਰ ਸ਼ੁਭ ਗੁਣ ਹੁੰਦੇ ਨੇ। ਉਹਨਾਂ ਨੂੰ ਇਹ ਧਰਤੀ ਔਰ ਆਕਾਸ਼, ਯਾਨੀ ਇਹ ਸਾਰਾ ਸੰਸਾਰ ਜਿਹੜਾ ਬੜਾ ਸੁਹਾਵਣਾ ਲੱਗਦਾ ਹੈ। ਧਰਤੀ ਆਕਾਸ਼ ਦਾ ਮਤਲਬ ਸਾਰਾ ਸੰਸਾਰ। ਉਹਨਾਂ ਨੂੰ ਇਹ ਸੰਸਾਰ ਫਿਰ ਬੜਾ ਸੁਹਾਵਣਾ ਜਾਪਦਾ ਹੈ। ਉਹਨਾਂ ਨੂੰ ਇਹ ਸੰਸਾਰ ਦੁਖਦਾਈ ਨਹੀਂ ਜਾਪਦਾ। ਨਜ਼ਰੀਆ ਹੈ ਨਾ ਆਪਣਾ ਆਪਣਾ। ਇੱਕ ਨੂੰ ਇਹ ਸੰਸਾਰ ਦੁਖਦਾਈ ਦਿਸ ਰਿਹਾ ਹੈ ਕਿਉਂਕਿ ਉਹਦੀ ਸੋਚ ਦੇ ਅੰਦਰ ਨੈਗੇਟਿਵਿਟੀ, ਪਾਪ ਉਤਾਦ ਨੇ। ਦੂਜੇ ਇਨਸਾਨ ਦੇ ਅੰਦਰ ਸ਼ੁਭ ਗੁਣ ਨੇ, ਉਹਨਾਂ ਨੂੰ ਇਹ ਸੰਸਾਰ ਸੁਹਾਵਣਾ ਜਾਪਦਾ ਹੈ। ਉਹਨਾਂ ਨੂੰ ਇਹ ਸੰਸਾਰ ਰੱਬ ਦਾ ਰੂਪ ਦਿਸਦਾ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤਾਂ ਉਹਨਾਂ ਵਾਸਤੇ ਸੰਸਾਰ ਸੁਹਾਵਣਾ ਹੁੰਦਾ ਹੈ ਕਿਉਂਕਿ ਉਹਨਾਂ ਦੇ ਅੰਦਰ ਸ਼ਾਂਤੀ ਹੈ, ਰੱਬੀ ਗੁਣ ਨੇ। ਨਾਨਕ ਨਾਮ ਵਿਹੂਣਿਆ, ਤਿੰਨ ਤਨ ਖਾਵਹਿ ਕਾਉ। ਤਿੰਨ ਤਨ ਦਾ ਮਤਲਬ ਉਹਨਾਂ ਦੇ ਸਰੀਰ ਨੂੰ, ਖਾਵੇਂ ਦਾ ਮਤਲਬ ਖਾਂਦੇ ਨੇ, ਕਾਉ ਦਾ ਮਤਲਬ ਕਾਂ।
ਨਾਮ ਵਿਹੂਣਾ ਦਾ ਮਤਲਬ ਜੋ ਰੱਬੀ ਸਿਫਤ ਸਲਾਹ ਤੋਂ ਵਿਹੂਣੇ ਨੇ, ਰੱਬੀ ਗੁਣਾ ਤੋਂ ਵਿਹੂਣੇ ਨੇ, ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਜਿਨ੍ਹਾਂ ਦੇ ਅੰਦਰ ਰੱਬੀ ਗੁਣ ਨਹੀਂ, ਰੱਬੀ ਸਿਫਤ ਸਲਾਹ ਨਹੀਂ, ਯਾਨੀ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਗੁਣ ਜਿਨ੍ਹਾਂ ਵਿੱਚ ਨਹੀਂ, ਉਹਨਾਂ ਦੇ ਤਨ ਨੂੰ ਕਾਂ ਖਾਂਦੇ ਨੇ। ਹੁਣ ਇੱਥੇ ਕਾਂ ਖਾਣ ਦਾ ਮਤਲਬ ਨਹੀਂ ਕਿ ਉੱਡਣ ਵਾਲੇ ਕਾਂ ਚੁੰਝਾਂ ਮਾਰਦੇ ਨੇ। ਇੱਥੇ ਕਾਂ ਦਾ ਮੀਨਿੰਗ ਹੈ ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਉਹਨਾਂ ਦੇ ਤਨ ਨੂੰ ਖਾਂਦੇ ਨੇ। ਕਿਵੇਂ ਖਾਂਦੇ ਨੇ? ਅੱਖਾਂ ਦੀ ਜਿਹੜਾ ਨਜ਼ਰੀਆ ਹੈ ਉਹਨੂੰ ਜਿਹੜੀ ਹੈ ਨਜ਼ਰ ਮਾੜੀ ਖਾ ਜਾਂਦੀ ਹੈ, ਭਾਵ ਕਿ ਉਹ ਅੱਖਾਂ ਦੇ ਨਾਲ ਬੇਗਾਨੀ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਤੱਕਣਗੇ, ਪਰਾਏ ਧਨ ਨੂੰ ਲਲਚਾਈਆਂ ਨਜ਼ਰਾਂ ਨਾਲ ਤੱਕਣਗੇ। ਉਹਨਾਂ ਦੇ ਕੰਨਾਂ ਨੂੰ ਵਿਕਾਰ ਖਾਂਦੇ ਰਹਿੰਦੇ ਨੇ, ਭਾਵ ਉਹ ਨਿੰਦਾ ਚੁਗਲੀ ਸੁਣਨ ਦੇ ਵਿੱਚ ਰਸ ਲੈਂਦੇ ਨੇ। ਉਹਨਾਂ ਦੀ ਜ਼ਬਾਨ ਨੂੰ ਨਿੰਦਾ ਚੁਗਲੀ ਔਰ ਝੂਠ ਦਾ ਕਾਂ ਖਾਂਦਾ ਰਹਿੰਦਾ ਹੈ, ਭਾਵ ਕਿ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਦੇ ਸਰੀਰ ਦੇ ਵਿੱਚ ਹਮੇਸ਼ਾ ਹੁੰਦੇ ਨੇ ਔਰ ਉਹ ਵਿਸ਼ੇ ਵਿਕਾਰ ਉਹਨਾਂ ਨੂੰ ਦੁਖੀ ਕਰਦੇ ਨੇ, ਉਹਨਾਂ ਦੇ ਸ਼ੁਭ ਗੁਣਾਂ ਨੂੰ ਖਾਈ ਜਾਂਦੇ ਨੇ, ਉਹਨਾਂ ਦੇ ਆਤਮਿਕ ਜੀਵਨ ਨੂੰ ਖਾ ਜਾਂਦੇ ਨੇ। ਪੌੜੀ। ਨਾਮ ਸਲਾਹਨ ਭਾਉ ਕਰ, ਨਿਜ ਮਹਿਲੀ ਵਾਸਾ। ਨਿਜ ਮਹਿਲੀ ਦਾ ਮਤਲਬ ਆਪਣੇ ਅਸਲੀ ਘਰ ਵਿੱਚ, ਯਾਨੀ ਪ੍ਰਭੂ ਦੀ ਹਜ਼ੂਰੀ ਵਿੱਚ। ਭਾਉ ਦਾ ਮਤਲਬ ਪ੍ਰੇਮ, ਭਾਉਕਾਰ ਦਾ ਮਤਲਬ ਪ੍ਰੇਮ ਕਰਕੇ। ਜਿਹੜੇ ਮਨੁੱਖ ਪ੍ਰੇਮ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਸਲਾਹਨ ਦਾ ਮਤਲਬ ਸਿਫਤ ਸਲਾਹ ਕਰਦੇ ਨੇ, ਪ੍ਰੇਮ ਦੇ ਨਾਲ, ਦਿਲੀ ਪਿਆਰ ਨਾਲ ਜੋ ਰੱਬੀ ਗੁਣਾਂ ਨੂੰ ਧਾਰਨ ਕਰਦੇ ਨੇ, ਇੰਪਲੀਮੈਂਟ ਕਰਦੇ ਨੇ। ਨਿਜ ਮਹਿਲੀ ਵਾਸਾ ਦਾ ਮਤਲਬ ਉਹ ਨਿਰੋਲ ਆਪਣੇ ਮਹਿਲ ਦੇ ਅੰਦਰ ਟਿਕੇ ਰਹਿੰਦੇ ਨੇ। ਉਹਨਾਂ ਦਾ ਮਨ ਸ਼ੁਭ ਗੁਣਾਂ ਵਿੱਚ ਟਿਕਿਆ ਰਹਿੰਦਾ ਹੈ, ਉਹਨਾਂ ਦੀ ਸੁਰਤ ਗੁਣਾਂ ਦੇ ਨਾਲ ਜੁੜੀ ਰਹਿੰਦੀ ਹੈ, ਉਹਨਾਂ ਦਾ ਮਨ ਵਿਸ਼ੇ ਵਿਕਾਰਾਂ ਦੇ ਵਿੱਚ ਨਹੀਂ ਭਟਕਦਾ। ਮਤਲਬ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਟਿਕੇ ਰਹਿੰਦੇ ਨੇ, ਉਹ ਰੱਬ ਦਾ ਰੂਪ ਹੋਏ ਰਹਿੰਦੇ ਨੇ। ਜਿਹੜੇ ਪ੍ਰੇਮ ਦੇ ਨਾਲ ਰੱਬੀ ਗੁਣਾਂ ਦੇ ਧਾਰਨੀ ਨੇ, ਉਹਨਾਂ ਦਾ ਮਨ ਭਟਕਦਾ ਨਹੀਂ ਹੈ। ਓਏ ਬਾਹੁੜ ਜੋਨ ਨਾ ਆਵਨੀ, ਫਿਰ ਹੋਹੇ ਨਾ ਬਿਨਾਸਾ। ਇੱਕ ਵਾਰ ਜਿਹੜੇ ਲੋਕ ਰੱਬੀ ਗੁਣਾਂ ਦੇ ਨਾਲ ਜੁੜ ਜਾਣ, ਜਿਹੜੇ ਵੀ ਰੱਬੀ ਗੁਣਾਂ ਨਾਲ ਜੁੜ ਜਾਂਦੇ ਨੇ, ਉਹ ਮੁੜ ਕੇ ਜੋਨ ਦਾ ਮਤਲਬ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦੇ, ਮੁੜ ਕੇ ਉਹ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦੇ। ਇੱਕ ਵਾਰ ਜਿਹੜਾ ਸੱਚ ਨਾਲ ਜੁੜ ਜਾਏ, ਗੁਣਾਂ ਨਾਲ ਜੁੜ ਜਾਏ, ਜਿਹਦੀ ਸੁਰਤ ਪ੍ਰਭੂ ਦੇ ਅੰਦਰ ਲੀਨ ਹੋ ਜਾਏ, ਉਹ ਮੁੜ ਕੇ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦਾ। ਉਹਦੇ ਅੰਦਰ ਲਾਲਚ ਵਾਲੀ ਜੋ ਕੁੱਤੇ ਦੀ ਬਿਰਤੀ ਹੈ ਪੈਦਾ ਨਹੀਂ ਹੁੰਦੀ, ਅਮੋੜਪੁਣਾ ਝੋਟੇ ਵਾਲੀ ਬਿਰਤੀ ਉਹਦੇ ਅੰਦਰ ਪੈਦਾ ਨਹੀਂ ਹੁੰਦੀ, ਹਾਥੀ ਵਾਲਾ ਹੰਕਾਰ ਉਹਦੇ ਵਿੱਚ ਨਹੀਂ ਹੁੰਦਾ, ਯਾਨੀ ਇਹ ਬਿਰਤੀਆਂ ਦੇ ਵਿੱਚ ਉਹ ਨਹੀਂ ਪੈਂਦਾ। ਜੋਨ ਦਾ ਮਤਲਬ ਪਸ਼ੂ ਬਿਰਤੀਆਂ, ਉਹ ਮੁੜ ਕੇ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦਾ। ਤੇ ਜਿਹੜਾ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦਾ, ਫਿਰ ਹੋਹੇ ਨਾ ਬਿਨਾਸਾ, ਫਿਰ ਉਹਨਾਂ ਦੇ ਆਤਮਿਕ ਜੀਵਨ ਦਾ ਵੀ ਨਾਸ਼ ਨਹੀਂ ਹੁੰਦਾ, ਫਿਰ ਉਹਨਾਂ ਨੂੰ ਕਦੇ ਆਤਮਿਕ ਮੌਤ ਵੀ ਨਹੀਂ ਆਉਂਦੀ, ਉਹਨਾਂ ਦੇ ਅੰਦਰੋਂ ਜ਼ਮੀਰ ਵੀ ਨਹੀਂ ਮਰਦੀ, ਕਦੇ ਉਹਨਾਂ ਦੇ ਅੰਦਰੋਂ ਇਨਸਾਨੀਅਤ ਦਾ ਵੀ ਵਿਨਾਸ਼ ਨਹੀਂ ਹੁੰਦਾ। ਉਹਨਾਂ ਦੇ ਅੰਦਰ ਹਮੇਸ਼ਾ ਇਨਸਾਨੀਅਤ ਜਿੰਦਾ ਰਹਿੰਦੀ ਹੈ, ਉਹ ਹਮੇਸ਼ਾ ਆਤਮਿਕ ਜੀਵਨ ਜੀਂਦੇ ਨੇ। ਹਰ ਸੇਤੀ ਰੰਗ ਰਵ ਰਹੇ, ਸਭ ਸਾਸ ਗਿਰਾਸਾ। ਰੰਗ ਦਾ ਮਤਲਬ ਪ੍ਰੇਮ ਨਾਲ, ਰਵ ਰਹੇ ਦਾ ਮਤਲਬ ਰਚ ਮਿਚ ਜਾਂਦੇ ਨੇ, ਸਾਸ ਗਰਾਸਾ ਦਾ ਮਤਲਬ ਸਾਹ ਲੈਂਦਿਆਂ ਵੀ ਤੇ ਖਾਂਦਿਆਂ ਵੀ, ਯਾਨੀ ਹਰ ਸਮੇਂ, ਸਵਾਸ ਸਵਾਸ, ਖਾਂਦਿਆਂ ਪੀਂਦਿਆਂ ਹਰ ਵੇਲੇ ਐਸੇ ਲੋਕ ਪ੍ਰੇਮ ਦੇ ਨਾਲ ਪ੍ਰਭੂ ਦੇ ਅੰਦਰ ਰਚੇ ਮਿਚੇ ਰਹਿੰਦੇ ਨੇ, ਰੱਬੀ ਗੁਣਾਂ ਵਿੱਚ ਰਚੇ ਰਹਿੰਦੇ ਨੇ। ਚਾਹੇ ਉਹ ਕੁਛ ਖਾ ਰਹੇ ਨੇ, ਪੀ ਰਹੇ ਨੇ, ਸਵਾਸ ਲੈ ਰਹੇ ਨੇ, ਕੰਮ ਕਰ ਰਹੇ ਨੇ, ਭਾਵ ਹਰ ਸਮੇਂ ਉਹਨਾਂ ਦੀ ਲਗਨ ਰੱਬੀ ਗੁਣਾਂ ਵਿੱਚ ਜੁੜੀ ਰਹਿੰਦੀ, ਲੱਗੀ ਰਹਿੰਦੀ ਹੈ। ਉਹਨਾਂ ਦੀ ਸੁਰਤ ਕਦੇ ਰੱਬੀ ਗੁਣਾਂ ਤੋਂ ਇਲਾਵਾ, ਸੱਚ ਤੋਂ, ਦਇਆ ਤੋਂ, ਪ੍ਰੇਮ ਤੋਂ ਇਲਾਵਾ ਕਿਤੇ ਹੋਰ ਜਾਂਦੀ ਨਹੀਂ। ਹਮੇਸ਼ਾ ਉਹ ਪ੍ਰੇਮ ਦੇ ਨਾਲ ਰੱਬੀ ਗੁਣਾਂ ਦੇ ਅੰਦਰ ਰਚੇ ਮਿਚੇ ਰਹਿੰਦੇ ਨੇ। ਹਰ ਕਾ ਰੰਗ ਕਦੇ ਨਾ ਉਤਰੈ, ਗੁਰਮੁਖ ਪ੍ਰਗਾਸਾ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ, ਪ੍ਰਗਾਸਾ ਦਾ ਮਤਲਬ ਚਾਨਣਾ ਹੋ ਜਾਣਾ, ਪ੍ਰਗਟ ਹੋ ਜਾਣਾ। ਉਹਨਾਂ ਗੁਰਮੁਖਾਂ ਦੇ ਅੰਦਰ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੇ ਨੇ, ਉਹਨਾਂ ਦੇ ਅੰਦਰ ਹਰੀ ਦੇ ਗੁਣਾਂ ਦਾ ਚਾਨਣਾ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ। ਤੇ ਇਹ ਜੋ ਪ੍ਰੇਮ ਦਾ ਰੰਗ ਹੈ ਨਾ, ਗੁਣਾਂ ਦੇ ਨਾਲ ਪਿਆਰ ਵਾਲਾ, ਕਦੇ ਵੀ ਉਹਨਾਂ ਦੇ ਅੰਦਰੋਂ ਉਤਰਦਾ ਨਹੀਂ, ਕਦੇ ਉਹ ਰੰਗ ਫਿੱਕਾ ਨਹੀਂ ਪੈਂਦਾ ਇੱਕ ਪਲ ਵਾਸਤੇ ਵੀ। ਉਹ ਰੰਗ ਜਿਹੜਾ ਚੜ ਜਾਵੇ, ਇੱਕ ਵਾਰ ਪ੍ਰੇਮ ਬਣ ਜਾਏ, ਫਿਰ ਉਹਨਾਂ ਗੁਰਮੁਖਾਂ ਦੇ ਅੰਦਰੋਂ ਰੰਗ ਉਤਰਦਾ ਨਹੀਂ ਹੈ, ਪ੍ਰੇਮ ਦਾ ਰੰਗ ਉਤਰਦਾ ਨਹੀਂ। ਬੇਸ਼ੱਕ ਆਰੇ ਨਾਲ ਚੀਰ ਦਿਓ,
ਪਰ ਸੱਚ ਦਾ ਰੰਗ ਉਹਨਾਂ ਦੇ ਅੰਦਰੋਂ ਨਹੀਂ ਉਤਰਦਾ। ਸੱਚ ਦੇ ਨਿਵਾਸ ਤੇ ਉਤਸ਼ਾਹ ਉਹਨਾਂ ਦੀ ਜ਼ਿੰਦਗੀ ਚੋਂ ਖਤਮ ਨਹੀਂ ਹੁੰਦਾ। ਓਏ ਕਿਰਪਾ ਕਰਕੇ ਮੇਲਿਆਂ ਨਾਨਕ ਹਰ ਪਾਸਾ। ਓਏ ਦਾ ਮਤਲਬ ਉਹ ਇਨਸਾਨ ਜਿਨ੍ਹਾਂ ਦੇ ਅੰਦਰ ਰੱਬੀ ਗੁਣਾਂ ਦਾ ਰੰਗ ਚੜ ਗਿਆ ਹੈ, ਜੋ ਗੁਰੂ ਦਰਸਾਏ ਮਾਰਗ ਅਨੁਸਾਰ ਚੱਲ ਕੇ ਪ੍ਰਭੂ ਦੇ ਅੰਦਰ ਅਭੇਦ ਹੋ ਗਏ ਨੇ, ਜਿਨ੍ਹਾਂ ਦਾ ਮਨ ਵਿਕਾਰਾਂ ਵੱਲ ਨਹੀਂ ਭਟਕਦਾ, ਜਿਨ੍ਹਾਂ ਬਾਰੇ ਪਿੱਛੇ ਗੁਰੂ ਜੀ ਨੇ ਵਿਸਥਾਰ ਨਾਲ ਦੱਸਿਆ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਪ੍ਰਭੂ ਨੇ ਆਪਣੀ ਮਿਹਰ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ਤੇ ਉਹ ਸਦਾ ਪ੍ਰਭੂ ਦੇ ਨੇੜੇ ਵਸਦੇ ਨੇ। ਨਾਨਕ ਹਰ ਪਾਸਾ ਦਾ ਮਤਲਬ ਪ੍ਰਭੂ ਦੇ ਪਾਸ ਵਸਦੇ ਨੇ, ਪ੍ਰਭੂ ਦੇ ਕੋਲ, ਪ੍ਰਭੂ ਦੇ ਨੇੜੇ ਹੁੰਦੇ ਨੇ। ਐਸੇ ਇਨਸਾਨਾਂ ਨੂੰ ਪ੍ਰਭੂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਉਹ ਹਮੇਸ਼ਾ ਹੀ ਪ੍ਰਭੂ ਦੇ ਨੇੜੇ ਨੇ। ਰੱਬ ਉਹਨਾਂ ਦੇ ਨੇੜੇ ਹੈ, ਉਹਨਾਂ ਦੇ ਅੰਗ ਸੰਗ ਹੈ। ਹੁਣ ਰੱਬ ਹੈ ਤਾਂ ਸਾਡੇ ਵੀ ਨੇੜੇ ਸਾਰਿਆਂ ਦੇ, ਪਰ ਅਸੀਂ ਆਪ ਰੱਬ ਤੋਂ ਦੂਰ ਹਾਂ। ਰੱਬ ਤੋਂ ਦੂਰ ਦਾ ਮਤਲਬ ਅਸੀਂ ਗੁਨਾਹ ਤੋਂ ਦੂਰ ਹਾਂ। ਜਿਹੜਾ ਬੰਦਾ ਸੱਚ ਨੂੰ, ਦਇਆ ਨੂੰ, ਪ੍ਰੇਮ ਨੂੰ, ਮੁਹੱਬਤ ਨੂੰ, ਇਨਸਾਨੀਅਤ ਨੂੰ, ਨਿਰਭੈਤਾ ਨੂੰ, ਨਿਰਵੈਰਤਾ ਨੂੰ ਮਨ, ਬਚਨ, ਕਰਮ ਕਰਕੇ ਇੰਪਲੀਮੈਂਟ ਨਹੀਂ ਕਰਦਾ, ਉਹ ਰੱਬ ਨਾਲੋਂ ਦੂਰ ਹੈ, ਉਹ ਗੁਣਾਂ ਦੇ ਨਾਲੋਂ ਦੂਰ ਹੈ। ਤੇ ਰੱਬੀ ਗੁਣਾਂ ਨਾਲੋਂ ਦੂਰ ਹੋਣਾ ਹੀ ਰੱਬ ਦੀ ਦੂਰੀ ਹੈ, ਔਰ ਰੱਬੀ ਗੁਣਾਂ ਦੇ ਨਾਲ ਜੁੜ ਜਾਣਾ ਹੀ ਰੱਬ ਦੀ ਨੇੜਤਾ ਹੈ। ਤਾਂ ਪ੍ਰਭੂ ਉਹਨਾਂ ਨੂੰ ਰਹਿਮਤ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ। ਹਮੇਸ਼ਾ ਉਹ ਰੱਬ ਦੇ ਨਜ਼ਦੀਕ ਰਹਿੰਦੇ ਨੇ। ਸ਼ਲੋਕ ਮਹਿਲਾ ਤੀਜਾ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ। ਲਹਿਰੀ ਦਾ ਮਤਲਬ ਲਹਿਰਾਂ, ਵਿਕਾਰਾਂ ਦੀਆਂ। ਕਾਮ ਦੀ ਲਹਿਰ, ਕ੍ਰੋਧ ਦੀ ਲਹਿਰ, ਮੋਹ ਦੀ ਲਹਿਰ, ਇਹ ਲਹਿਰਾਂ ਨੇ ਨਾ ਵਿਕਾਰਾਂ ਦੀਆਂ। ਜਿੰਨਾ ਚਿਰ ਮਨੁੱਖ ਦਾ ਮਨ ਮਾਇਆ ਦੀਆਂ ਲਹਿਰਾਂ ਵਿੱਚ ਹੈ, ਵਿਕਾਰਾਂ ਦੀਆਂ ਲਹਿਰਾਂ ਵਿੱਚ ਹੈ, ਉਹਨਾਂ ਚਿਰ ਤੱਕ ਇਹ ਮਨ ਡੋਲਦਾ ਰਹਿੰਦਾ ਹੈ। ਔਰ ਡੋਲਦੇ ਮਨ ਦੀ ਨਿਸ਼ਾਨੀ ਹੈ ਹਉਮੈ ਬਹੁਤ ਅਹੰਕਾਰ। ਉਦੋਂ ਤੱਕ ਇਹਦੇ ਅੰਦਰ ਬਹੁਤ ਹਉਮੈ ਔਰ ਹੰਕਾਰ ਬਣਿਆ ਰਹਿੰਦਾ ਹੈ, ਜਦੋਂ ਤੱਕ ਇਹਦਾ ਮਨ ਡੋਲ ਰਿਹਾ ਹੈ। ਹੁਣ ਹਵਾ ਆਉਣ ਦੇ ਨਾਲ ਇੱਕ ਲਹਿਰ ਉੱਠੀ ਹੈ ਸਮੁੰਦਰ ਦੇ ਉੱਤੇ, ਤੇ ਉਹ ਲਹਿਰ ਇਹ ਹੰਕਾਰ ਕਰੇ ਕਿ ਸਮੁੰਦਰ ਦੇ ਨਾਲੋਂ ਮੇਰੀ ਵੱਖਰੀ ਹੋਂਦ ਹੈ, ਮੈਂ ਤੇ ਇਸ ਸੰਸਾਰ ਨੂੰ ਫਨਾ ਕਰ ਸਕਦੀ ਹਾਂ। ਤਾਂ ਲਹਿਰ ਦੀ ਹੋਂਦ ਵੱਖਰੀ ਨਹੀਂ ਹੈ ਨਾ, ਪਾਣੀ ਹੈ, ਉਹ ਸਮੁੰਦਰ ਦਾ ਇੱਕ ਅੰਗ ਹੈ। ਸਮੁੰਦਰ ਤੋਂ ਬਿਨਾਂ ਇੱਕ ਬੁਲਬੁਲੇ ਦੀ ਕੀ ਹੋਂਦ ਹੈ? ਇੱਕ ਬੁਲਬੁਲਾ ਹੰਕਾਰ ਕਰੇ ਕਿ ਮੈਂ ਸੰਸਾਰ ਨੂੰ ਡੋਬ ਸਕਣਾ, ਤਾਂ ਸਮੁੰਦਰ ਤੋਂ ਵੱਖਰੀ ਉਹਦੀ ਕੋਈ ਹੋਂਦ ਨਹੀਂ ਹੈ ਨਾ। ਜਦੋਂ ਤੱਕ ਦੂਰੀ ਹੈ ਉਦੋਂ ਤੱਕ ਹਉਮੈ ਹੈ, ਅਹੰਕਾਰ ਹੈ, ਡੋਲਦਾ ਵੀ ਹੈ ਬੰਦਾ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਤੱਕ ਮਨ ਦੇ ਅੰਦਰ ਵਿਕਾਰਾਂ ਦੀਆਂ ਲਹਿਰਾਂ ਨੇ, ਸ਼ੁਭ ਗੁਣਾਂ ਤੋਂ ਦੂਰੀ ਹੈ, ਉਦੋਂ ਤੱਕ ਇਸ ਮਨੁੱਖ ਦੇ ਅੰਦਰ ਹਉਮੈ ਔਰ ਹੰਕਾਰ ਟਿਕਿਆ ਰਹਿੰਦਾ ਹੈ। ਸ਼ਬਦੈ ਸਾਧ ਨਾ ਆਵਈ, ਨਾਮ ਨਾ ਲੱਗੇ ਪਿਆਰ। ਹੁਣ ਜਿਸ ਨੂੰ ਸ਼ਬਦ ਦਾ ਰਸ ਨਹੀਂ ਹੁੰਦਾ, ਸਾਧ ਦਾ ਮਤਲਬ ਸਵਾਦ, ਰਸ, ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼, ਗੁਰੂ ਦੀ ਫਿਲਾਸਫੀ, ਵਿਚਾਰਧਾਰਾ, ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦਾ ਸਿਧਾਂਤ, ਕੋਈ ਵੀ ਸ਼ਬਦ ਵਰਤ ਲਓ ਜਿਹਦੇ ਨਾਲ ਵੀ ਸਮਝ ਆ ਜਾਏ। ਹੁਣ ਜਿਸ ਨੂੰ ਗੁਰੂ ਦੇ ਉਪਦੇਸ਼ ਰਾਹੀਂ ਰਸ ਨਹੀਂ ਆ ਰਿਹਾ, ਰਸ ਕਿਹਨੂੰ ਆਏਗਾ? ਇਹ ਚੀਜ਼ ਸਮਝਣ ਵਾਲੀ ਹੈ। ਦੇਖੋ, ਮੈਂ ਗੁਰਬਾਣੀ ਦੀ ਵਿਚਾਰ ਕਰ ਰਿਹਾ, ਤੁਸੀਂ ਗੁਰਬਾਣੀ ਦੀ ਵਿਚਾਰ ਸੁਣ ਰਹੇ ਹੋ। ਹੁਣ ਸਾਨੂੰ ਰਸ ਕਿਹਨੂੰ ਆਏਗਾ? ਮੈਨੂੰ ਕਿ ਤੁਹਾਨੂੰ, ਕਹਿਣ ਵਾਲੇ ਨੂੰ ਜਾਂ ਸੁਣਨ ਵਾਲੇ ਨੂੰ? ਜਾਂ ਜਿਹੜੇ ਤੁਸੀਂ ਸੁਣਨ ਵਾਲੇ ਹੋ, ਤੁਹਾਡੇ ਸਾਰਿਆਂ ਦੇ ਵਿੱਚੋਂ ਰਸ ਕਿਹਨੂੰ ਆਏਗਾ? ਰਸ ਉਹਨੂੰ ਆਏਗਾ ਜੋ ਇਸ ਪਾਵਨ ਬਾਣੀ ਦੀ ਵਿਚਾਰ ਨੂੰ ਸੁਣ ਕੇ ਪਾਵਨ ਬਾਣੀ ਨੂੰ ਇੰਪਲੀਮੈਂਟ ਕਰੇਗਾ। ਜੇ ਮੈਂ ਇੰਪਲੀਮੈਂਟ ਕਰਾਂਗਾ ਇਹਨਾਂ ਗੁਣਾਂ ਨੂੰ, ਤਾਂ ਉਹਨਾਂ ਗੁਣਾਂ ਰਾਹੀਂ ਜਿਹੜਾ ਸੁੱਖ ਪੈਦਾ ਹੋਏਗਾ ਉਹ ਇਹਨਾਂ ਗੁਣਾਂ ਦਾ ਰਸ ਹੋਏਗਾ, ਗੁਰੂ ਦੇ ਉਪਦੇਸ਼ ਦਾ ਰਸ ਉਹ ਹੋਣਾ ਹੈ। ਤੇ ਉਸ ਰਸ ਨੂੰ, ਆਨੰਦ ਨੂੰ, ਖੁਸ਼ੀ ਨੂੰ ਮੈਂ ਤਾਂ ਮਾਣ ਸਕਦਾ ਜੇ ਮੈਂ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਾਂ। ਤੇ ਜੇ ਮੈਂ ਇੰਪਲੀਮੈਂਟ ਨਾ ਕਰਾਂ ਫਿਰ ਮੈਨੂੰ ਤਾਂ ਰਸ ਨਹੀਂ ਆਏਗਾ। ਮੈਨੂੰ ਕੀ ਪਤਾ ਵੀ ਉਹਦਾ ਸਵਾਦ ਕੀ ਹੈ ਸੱਚ ਦਾ। ਜੇ ਤੁਹਾਡੇ ਵਿੱਚੋਂ ਕੋਈ ਕਰੇਗਾ ਇੰਪਲੀਮੈਂਟ, ਉਹਦੇ ਜੀਵਨ ਵਿੱਚ ਜਿਹੜੀ ਸੁੱਖ ਸ਼ਾਂਤੀ ਆਏਗੀ ਉਹ ਗੁਰੂ ਦੇ ਉਪਦੇਸ਼ ਦਾ, ਗਿਆਨ ਦਾ, ਫਿਲਾਸਫੀ ਦਾ ਰਸ ਹੋਏਗਾ, ਤੇ ਉਹ ਮਾਣੇਗਾ ਸਿਰਫ ਜਿਹੜਾ ਇੰਪਲੀਮੈਂਟ ਕਰੇਗਾ। ਹੁਣ ਜਿਹਨੇ ਇਹਨਾਂ ਗੁਣਾਂ ਨੂੰ ਯੂਜ਼ ਹੀ ਨਹੀਂ ਕੀਤਾ ਉਹਨੂੰ ਰਸ ਨਹੀਂ ਨਾ ਆਏਗਾ। ਤਾਂ ਗੁਰੂ ਜੀ ਕਹਿੰਦੇ ਨੇ ਜੇ ਕੋਈ ਗੁਰੂ ਦੇ ਉਪਦੇਸ਼ ਨੂੰ ਇੰਪਲੀਮੈਂਟ ਕਰਕੇ ਉਹਦਾ ਰਸ ਹੀ ਨਾ ਮਾਣੇ, ਨਾਮ ਨਾ ਲੱਗੇ ਪਿਆਰ, ਤੇ ਪ੍ਰਭੂ ਦੇ ਹੁਕਮ ਵਿੱਚ ਪਿਆਰ ਨਾ ਪਾਏ,
ਹੁਣ ਪ੍ਰਭੂ ਦੇ ਹੁਕਮ ਦਾ ਪਿਆਰ ਜਿਹੜਾ ਨਿਦੀਆਂ ਗੱਲਾਂ ਕਰਨੀਆਂ ਨਹੀਂ ਨਾ, ਪ੍ਰਭੂ ਦੇ ਹੁਕਮ ਦਾ ਪਿਆਰ ਹੈ ਕਿ ਮਤਲਬ ਪ੍ਰੇਮ ਦੇ ਨਾਲ ਰੱਬੀ ਰਜ਼ਾ ਵਿੱਚ ਰਿਹਾ ਜਾਏ, ਰੱਬ ਦੇ ਭਾਣੇ ਵਿੱਚ ਜੋ ਲਾ ਆਫ ਨੇਚਰ ਹੈ, ਗੁਰੂ ਦਾ ਜੋ ਦਿੱਤਾ ਵੇ ਆਫ ਲਾਈਫ ਹੈ, ਉਹਦੇ ਨਾਲ ਪਿਆਰ ਹੋਏ, ਪਿਆਰ ਦੇ ਨਾਲ ਉਸ ਚੀਜ਼ ਨੂੰ ਜੀਵੇ। ਤੇ ਜਿਹਦੇ ਅੰਦਰ ਗੁਰੂ ਦੇ ਸ਼ਬਦ ਦਾ ਰਸ ਨਹੀਂ, ਜਿਸ ਨੇ ਪ੍ਰਭੂ ਦੇ ਹੁਕਮ ਦੇ ਨਾਲ ਪ੍ਰੀਤ ਨਹੀਂ ਪਾਈ, ਤੇ ਵੈਸੇ ਉਹ ਜੀਵਨ ਜੀ ਰਿਹਾ ਹੈ ਕਿ ਮੈਂ ਬੜੀ ਸੇਵਾ ਕਰਨਾ, ਮੈਂ ਧਰਮ ਵਾਲੀ ਜ਼ਿੰਦਗੀ ਜੀ ਰਿਹਾ, ਬਾਹਰ ਦਾ ਪਹਿਨਾਵਾ ਧਰਮ ਵਾਲਾ ਪਾਇਆ ਹੈ, ਗੱਲਾਂ ਧਰਮ ਦੀਆਂ ਕਰਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਸੇਵਾ ਥਾਏ ਨਾ ਪਵਈ ਤਿਸ ਕੀ, ਉਹਦੀ ਕੀਤੀ ਹੋਈ ਸੇਵਾ ਕਬੂਲ ਨਹੀਂ ਹੁੰਦੀ, ਉਹਦੀ ਕੀਤੀ ਸੇਵਾ ਕਬੂਲ ਨਹੀਂ ਹੁੰਦੀ, ਉਹਦੀ ਕਾਲ ਕਮਾਈ ਥਾਏ ਨਹੀਂ ਪੈਂਦੀ। ਸੇਵਾ ਦਾ ਮਤਲਬ ਇੱਥੇ ਕਾਲ ਕਮਾਈ, ਉਹਦੀ ਕਾਲ ਕਮਾਈ ਥਾਏ ਨਹੀਂ ਪੈਂਦੀ, ਕਬੂਲ ਨਹੀਂ ਹੁੰਦੀ, ਉਹਦੇ ਵਿੱਚੋਂ ਸੁੱਖ ਪੈਦਾ ਨਹੀਂ ਹੁੰਦਾ। ਖੱਪ ਖੱਪ ਹੋਏ ਖੁਆਰ, ਹਉਮੈ ਔਰ ਅਹੰਕਾਰ ਦੇ ਕਾਰਨ ਖੱਪ ਖੱਪ ਕੇ ਬੰਦਾ ਖੁਆਰ ਹੁੰਦਾ, ਦੁਖੀ ਹੁੰਦਾ। ਜਦੋਂ ਤੱਕ ਆਪਣੀ ਸੋਚ ਵੱਖਰੀ ਹੈ ਨਾ, ਨਿਮਰਤਾ ਨਹੀਂ, ਅੰਦਰ ਸੱਚ ਨਾਲ ਪਿਆਰ ਨਹੀਂ, ਇਹਨਾਂ ਸ਼ੁਭ ਗੁਣਾਂ ਨੂੰ ਬੰਦਾ ਇੰਪਲੀਮੈਂਟ ਨਹੀਂ ਕਰਦਾ, ਤੇ ਵਰਤਨ ਰਾਤਿਆਂ ਵਿੱਚ ਰੁੱਝਿਆ ਹੈ, ਕਰਮ ਕਾਂਡਾਂ ਵਿੱਚ ਰੁੱਝਿਆ ਹੈ, ਫੋਟੋਆਂ ਅੱਗੇ ਧੂਫਾਂ ਦਿਖਾਉਂਦਾ ਫਿਰਦਾ ਹੈ, ਤਾਂ ਉਹ ਲੇਖੇ ਨਹੀਂ ਲੱਗਣਾ ਕੁਛ ਵੀ। ਲੇਖੇ ਲੱਗਣਾ ਹੈ ਜੋ ਅਸੀਂ ਰੱਬੀ ਰਜ਼ਾ ਵਿੱਚ ਜੀਵਾਂਗੇ, ਲੇਖੇ ਉਹ ਚੀਜ਼ ਲੱਗੇਗੀ ਜੋ ਅਸੀਂ ਗੁਰਬਾਣੀ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗੇ, ਨਹੀਂ ਤਾਂ ਖਪਣਾ ਰਹਿ ਜਾਏਗਾ ਸਿਰਫ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਉਤਾਰ ਦਾ ਮਤਲਬ ਲਾਹ ਕੇ, ਸਿਰ ਧਰੇ ਉਤਾਰ ਦਾ ਮਤਲਬ ਆਪਣਾ ਸਿਰ ਲਾਹ ਕੇ ਰੱਖਦਾ। ਸਿਰ ਲਾ ਕੇ ਰੱਖਣ ਦਾ ਇਹ ਨਹੀਂ ਵੀ ਆਪਣੀ ਗਰਦਨ ਵੱਢ ਕੇ ਰੱਖਦਾ, ਸਿਰ ਲਾ ਕੇ ਰੱਖਣ ਦਾ ਮਤਲਬ ਵੀ ਆਪਣੀਆਂ ਚਤੁਰਾਈਆਂ, ਆਪਣੀਆਂ ਮਨਮਤਾਂ, ਆਪਣੀ ਖੋਟੀ ਮੱਤ ਨੂੰ ਛੱਡਦਾ, ਆਪਣੀਆਂ ਚਤੁਰਾਈਆਂ ਛੱਡਦਾ, ਆਪਣੀ ਸੀਮਤ ਸੋਚ ਨੂੰ ਛੱਡ ਦੇਵੇ ਔਰ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਏ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਉਹ ਮਨੁੱਖ ਅਸਲੀ ਸੇਵਕ ਕਿਹਾ ਜਾ ਸਕਦਾ ਹੈ ਜੋ ਆਪਣੀ ਚਤੁਰਾਈ ਚਲਾਕੀ ਛੱਡਦਾ। ਸਿਰ ਧਰੇ ਉਤਾਰ ਦਾ ਮਤਲਬ ਚਤੁਰਾਈਆਂ ਚਲਾਕੀਆਂ ਛੱਡਦਾ। ਚਤੁਰਾਈਆਂ ਚਲਾਕੀਆਂ ਕੀ ਨੇ? ਅੰਦਰੋਂ ਹੋਰ ਤੇ ਬਾਹਰੋਂ ਹੋਰ। ਗੱਲ ਧਰਮ ਦੀ ਕਰਨੀ, ਲੇਕਿਨ ਅੰਦਰ ਸੋਚ ਵਿੱਚ ਧਰਮ ਨਾ ਹੋਣਾ, ਬਿਹੇਵੀਅਰ ਵਿੱਚ ਨਾ ਹੋਣਾ। ਕਹਿਣਾ ਇਹ ਕਿ ਸੱਚ ਬੋਲੋ, ਪਿਆਰ ਦੇ ਨਾਲ ਰਹੋ, ਲੇਕਿਨ ਬੋਲਣਾ ਝੂਠ ਔਰ ਕਰਨੀ ਈਰਖਾ, ਇਹ ਤਾਂ ਚਲਾਕੀਆਂ ਹੋ ਗਈਆਂ ਨਾ। ਤਾਂ ਗੁਰੂ ਜੀ ਕਹਿੰਦੇ ਨੇ ਉਸ ਮਨੁੱਖ ਨੂੰ ਰੱਬ ਦਾ, ਗੁਰੂ ਦਾ ਸੱਚਾ ਸੇਵਕ ਕਿਹਾ ਜਾ ਸਕਦਾ ਹੈ ਜੋ ਆਪਣੀਆਂ ਚਤੁਰਾਈਆਂ ਚਲਾਕੀਆਂ ਛੱਡ ਕੇ ਸੱਚੀ ਜ਼ਿੰਦਗੀ ਜੀਂਦਾ ਹੈ। ਸਤਿਗੁਰ ਕਾ ਭਾਣਾ ਮੰਨ ਲਏ, ਸ਼ਬਦ ਰੱਖੇ ਉਰਤਾਰ। ਉਰਤਾਰ ਦਾ ਮਤਲਬ ਹਿਰਦੇ ਵਿੱਚ ਟਿਕਾ ਕੇ ਰੱਖੇ। ਹਿਰਦੇ ਦਾ ਮੀਨਿੰਗ ਹੈ ਸੋਚ, ਮੈਂਟੈਲਿਟੀ। ਜੋ ਇਨਸਾਨ ਗੁਰੂ ਦੇ ਭਾਣੇ ਨੂੰ ਕਬੂਲ ਕਰ ਲੈ, ਗੁਰੂ ਦੇ ਭਾਣੇ ਦਾ ਮਤਲਬ ਗੁਰੂ ਦੀ ਆਗਿਆ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਜੋ ਇਹਨੂੰ ਕਬੂਲ ਕਰ ਲੈ, ਇਹਨੂੰ ਮੰਨ ਲੈ ਤੇ ਗੁਰੂ ਦੇ ਉਪਦੇਸ਼ ਨੂੰ ਆਪਣੀ ਸੋਚ ਦੇ ਅੰਦਰ ਵਸਾ ਲੈ, ਯਾਨੀ ਉਹਦੀ ਸੋਚ ਵੀ ਗੁਰੂ ਵਾਲੀ ਹੋਵੇ ਔਰ ਉਹਦਾ ਬਿਹੇਵੀਅਰ ਵੀ ਗੁਰੂ ਵਾਲਾ ਹੋਵੇ। ਜੋ ਗੁਰੂ ਕਹਿੰਦਾ ਹੈ ਉਹ ਵਿਚਾਰਧਾਰਾ ਸੋਚ ਵਿੱਚ ਵੀ ਵਸੀ ਹੋਵੇ ਔਰ ਉਸ ਵਿਚਾਰਧਾਰਾ ਮੁਤਾਬਕ ਜ਼ਿੰਦਗੀ ਵੀ ਜੀਂਦਾ ਹੋਵੇ, ਬਾਹਰੀ ਜੀਵਨ ਵੀ ਉਵੇਂ ਦਾ ਹੀ ਹੋਵੇ। ਮਹਿਲਾ ਤੀਜਾ, ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ। ਹੁਣ ਇਸ ਦੁਨੀਆ ਦੇ ਅੰਦਰ ਬਹੁਤ ਸਾਰੇ ਲੋਕ ਜਪ ਰਹੇ ਨੇ, ਕਿੰਨੇ ਸਾਰੇ ਲੋਕ ਨੇ ਜੋ ਮੰਤਰਾਂ ਦਾ ਰਟਨ ਕਰ ਰਹੇ ਨੇ, ਜਪ ਰਹੇ ਨੇ, ਰਾਮ ਅੱਲਾ ਵਾਹਿਗੁਰੂ ਕਹਿ ਰਹੇ ਨੇ। ਤਾਂ ਕਿਹਦਾ ਜਪਿਆ ਪ੍ਰਵਾਨ ਹੈ, ਕਿਹੜਾ ਜਪ ਪ੍ਰਵਾਨ ਹੈ? ਕਿਉਂਕਿ ਦੁਨੀਆ ਵਿੱਚ ਇੱਕ ਤਰ੍ਹਾਂ ਦਾ ਜਪ ਨਹੀਂ ਨਾ ਹੈ, ਅਨੇਕਾਂ ਨਾਮਾਂ ਦਾ, ਅਨੇਕਾਂ ਮੰਤਰਾਂ ਦਾ ਜਪ ਹੈ। ਫਿਰ ਕੋਈ ਇੱਕ ਤਰੀਕਾ ਨਹੀਂ, ਅਨੇਕਾਂ ਢੰਗ ਤਰੀਕੇ ਨੇ। ਕੋਈ ਕਹਿੰਦਾ ਸਾਹ ਇੰਜ ਕਰੋ ਤੇ ਕੋਈ ਕਹਿੰਦਾ ਉਤਾਂ ਨੂੰ ਤੇ ਕੋਈ ਕਹਿੰਦਾ ਥੱਲੇ ਨੂੰ, ਕੋਈ ਕਿਸ ਤਰ੍ਹਾਂ, ਕੋਈ ਕਿਸ ਤਰ੍ਹਾਂ। ਅਨੇਕਾਂ ਸਾਧਨ ਨੇ, ਇੱਕ ਢੰਗ ਥੋੜਾ। ਅਨੇਕਾਂ ਤਰ੍ਹਾਂ ਦੇ ਜਪ ਨੇ, ਅਨੇਕਾਂ ਤਰ੍ਹਾਂ ਦੇ ਜਪਣ ਦੇ ਸਾਧਨ ਨੇ। ਤਾਂ ਫਿਰ ਕਿਹੜਾ ਠੀਕ ਮੰਨੀਏ, ਕਿਹਦਾ ਤਰੀਕਾ ਠੀਕ ਹੈ? ਇਸੇ ਤਰ੍ਹਾਂ ਤਪ ਹੈ। ਹੁਣ ਤਪ ਕੋਈ ਕਹਿੰਦਾ ਹੈ ਕਿ ਅੱਗ ਦੀਆਂ ਧੂਣੀਆਂ ਬਾਲ ਕੇ ਵਿੱਚ ਬਹਿਣ ਨਾਲ ਜ਼ਿਆਦਾ ਫਲ ਹੈ, ਕੋਈ ਕਹਿੰਦਾ ਪਾਣੀ ਵਿੱਚ ਖਲੋ ਕੇ ਤਪ, ਕੋਈ ਕਹਿੰਦਾ ਜਲ ਧਾਰਾ ਕੀਤਿਆਂ, ਕੋਈ ਕਹਿੰਦਾ ਸ਼ੀਰਸ ਆਸਨ ਕੀਤਿਆਂ, ਕੋਈ ਕਹਿੰਦਾ ਰੁੱਖਾਂ ਦੇ ਨਾਲ ਲਟਕਿਆਂ, ਕੋਈ ਕਹਿੰਦਾ ਧਰਤੀ ਦਾ ਰਟਨ ਕੀਤਿਆਂ। ਇਹ ਤਪ ਨੇ ਨਾ ਸਾਰੇ।
ਤਾਂ ਇਹਨਾਂ ਦੇ ਵਿੱਚੋਂ ਕਿਹੜਾ ਤਪ ਚੰਗਾ ਹੈ? ਕਨਫਿਊਜ਼ਨ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਇਹ ਜਪ ਤਪ ਤੁਹਾਡੇ ਸਾਰੇ ਵਿਅਰਥ ਨੇ। ਸੇਵਾ ਕਿਹੜੀ ਕਰੀਏ, ਕਿਹੜੀ ਚਾਕਰੀ, ਕਿਹਦੀ ਚਾਕਰੀ ਕਰੀਏ? ਦੇਵੀਆਂ ਦੀ, ਦੇਵਤਿਆਂ ਦੀ, ਮੜੀਆਂ ਦੀ, ਕਬਰਾਂ ਦੀ ਪੂਜਾ। ਫਿਰ ਹੋਰ ਕਈ ਕਿਸਮ ਦੀਆਂ ਪੂਜਾਵਾਂ ਨੇ। ਧੂਫ ਦਿਖਾਈਏ, ਕਿਹੜੀ ਧੂਫ ਦਿਖਾਈਏ? ਅਗਰ ਦੀ, ਚੰਦਨ ਦੀ, ਕੇਸਰ ਦੀ, ਕਿਹੜੀ? ਭੋਗ ਲਵਾਈਏ ਤੇ ਕਾਹਦਾ ਲਵਾਈਏ? ਪਕੌੜਿਆਂ ਦਾ, ਗੁਲਾਬ ਜਾਮਨਾਂ ਦਾ, ਰਸਗੁੱਲਿਆਂ ਦਾ, ਕਾਹਦਾ? ਤਾਂ ਗੁਰੂ ਜੀ ਕਹਿੰਦੇ ਨੇ ਅਸਲ ਦੇ ਅੰਦਰ ਉਹੀ ਜਪ ਤਪ ਹੈ ਜੋ ਖਸਮੇ ਭਾਵ ਹੈ, ਜੋ ਖਸਮ ਨੂੰ ਭਾ ਜਾਣਾ, ਰੱਬ ਨੂੰ ਭਾ ਜਾਣਾ। ਭਾਵ ਕਿ ਰੱਬ ਦੇ ਹੁਕਮ ਦੇ ਵਿੱਚ ਤੁਰਨਾ ਹੀ ਜਪ ਤਪ, ਸੇਵਾ ਔਰ ਚਾਕਰੀ ਹੈ। ਸਾਰਾ ਕੁਝ ਰੱਬੀ ਰਜ਼ਾ ਦੇ ਵਿੱਚ ਰਹਿਣਾ, ਇਹੀ ਜਪ ਹੈ, ਇਹੀ ਤਪ ਹੈ, ਇਹੀ ਸੇਵਾ ਹੈ, ਇਹੀ ਚਾਕਰੀ ਹੈ। ਖਸਮ ਨੂੰ ਭਾ ਜਾਏ, ਖਸਮ ਦੇ ਭਾਣੇ ਵਿੱਚ ਰਹੇ, ਰੱਬੀ ਰਜ਼ਾ ਦੇ ਅੰਦਰ ਤੁਰਨਾ ਹੀ ਭਗਤੀ, ਬੰਦਗੀ, ਜਪ ਔਰ ਤਪ ਹੈ। ਤੇ ਜੇ ਬੰਦਾ ਰੱਬ ਦੀ ਰਜ਼ਾ ਵਿੱਚ ਨਹੀਂ ਤੁਰਦਾ, ਗੁਰੂ ਦੇ ਹੁਕਮ ਨੂੰ ਫੋਲੋ ਨਹੀਂ ਕਰਦਾ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਨਹੀਂ ਹੈ, ਤੇ ਕੋਈ ਜਪ ਜਪੀ ਜਾ ਰਿਹਾ ਹੈ, ਤਪ ਤਪੀ ਜਾ ਰਿਹਾ, ਤੇ ਉਹਦੀ ਵੈਲਿਊ ਕੀ ਹੈ? ਇਸ ਲਈ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਜਪ ਤਪ ਔਰ ਸੇਵਾ ਚਾਕਰੀ। ਆਪੇ ਬਖਸ਼ੇ ਮੇਲ ਲਏ, ਆਪਤ ਗਵਾਵੇ। ਆਪਤ ਦਾ ਮਤਲਬ ਆਪਾ ਭਾਵ, ਹੰਕਾਰ। ਜਿਹੜਾ ਮਨੁੱਖ ਆਪਾ ਭਾਵ ਮਿਟਾ ਦਿੰਦਾ ਹੈ, ਆਪਣੇ ਅੰਦਰੋਂ ਆਪਣੀ ਈਗੋ ਨੂੰ ਖਤਮ ਕਰ ਲੈਂਦਾ ਹੈ, ਉਹਨੂੰ ਪ੍ਰਭੂ ਆਪ ਆਪਣੇ ਗਲ ਦੇ ਨਾਲ ਮੇਲ ਲੈਂਦਾ ਹੈ। ਆਪੇ ਬਖਸ਼ੇ ਮੇਲ ਲੈ, ਆਪ ਹੀ ਰਹਿਮਤ ਕਰਕੇ ਉਹਨੂੰ ਮਿਲਾ ਲੈਂਦਾ ਹੈ। ਕਿਹਨੂੰ? ਆਪਤ ਗਵਾਵੇ, ਜੋ ਆਪਣੇ ਅੰਦਰੋਂ ਆਪਾ ਭਾਵ ਗਵਾ ਦਿੰਦਾ ਹੈ, ਮੈਂ ਮੇਰੀ ਨੂੰ ਮਿਟਾ ਦਿੰਦਾ ਹੈ, ਆਪਣੇ ਪਰਾਏ ਦੇ ਵਿਤਕਰਿਆਂ ਨੂੰ ਮਿਟਾ ਦਿੰਦਾ ਹੈ, ਆਪਣੀ ਈਗੋ ਨੂੰ ਛੱਡ ਕੇ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਆਪ ਖੁਦਰਾਪਨ ਨੂੰ ਛੱਡ ਕੇ ਰੱਬੀ ਰਜ਼ਾ ਦੇ ਅੰਦਰ ਜਿਹੜਾ ਚੱਲਦਾ ਹੈ, ਉਹਨੂੰ ਰੱਬ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਦੇਖੋ ਕਿੰਨਾ ਸੌਖਾ ਸਾਧਨ ਹੈ ਨਾ। ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ ਔਰ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਜ਼ਿੰਦਗੀ ਬਹੁਤ ਸੌਖੀ ਹੈ, ਜੀਵਨ ਦੇ ਅੰਦਰ ਸ਼ਾਂਤ ਰਹਿਣਾ ਬੜਾ ਸੌਖਾ ਹੈ, ਪਰ ਜੇ ਢੰਗ ਜੀਵਨ ਦਾ ਠੀਕ ਹੋਵੇ, ਜੇ ਚੀਜ਼ਾਂ ਸਮਝ ਆ ਜਾਣ, ਜੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰ ਲਿਆ ਜਾਏ। ਦੁਨੀਆ ਦੇ ਹਰ ਮਨੁੱਖ ਨੇ, ਜਿਨ੍ਹਾਂ ਦੀ ਵੀ ਜ਼ਿੰਦਗੀ ਵਿੱਚ ਔਖਿਆਈਆਂ ਨੇ, ਜਿਨ੍ਹਾਂ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ, ਅਸੀਂ ਆਪਣੀ ਜ਼ਿੰਦਗੀ ਨੂੰ ਆਪ ਕੰਪਲਿਕੇਟ ਕੀਤਾ ਹੋਇਆ ਹੈ। ਅਸੀਂ ਆਪਣੇ ਜੀਵਨ ਦੇ ਵਿੱਚ ਆਪ ਪਰੇਸ਼ਾਨੀਆਂ ਪੈਦਾ ਕੀਤੀਆਂ ਹੋਈਆਂ ਨੇ, ਔਖਿਆਈਆਂ ਆਪ ਪੈਦਾ ਕੀਤੀਆਂ ਨੇ। ਨਹੀਂ ਤਾਂ ਜੀਵਨ ਤਾਂ ਬੜਾ ਆਸਾਨ ਹੈ, ਖੁਸ਼ੀਆਂ ਤੇ ਬੜੀਆਂ ਸਸਤੀਆਂ ਨੇ। ਹੁਣ ਸੱਚ ਬੋਲਣਾ ਕਿੰਨਾ ਸੌਖਾ ਹੈ ਨਾ, ਪਿਆਰ ਦੇ ਨਾਲ ਰਹਿਣਾ ਕਿੰਨਾ ਸੌਖਾ ਹੈ। ਪਿਆਰ ਦੇ ਨਾਲ ਰਹਿਣ ਵਾਸਤੇ ਤੇ ਪੈਸਾ ਖਰਚ ਹੀ ਨਹੀਂ ਹੁੰਦਾ। ਪੈਸਾ ਤੇ ਖਰਚ ਹੁੰਦਾ ਹੈ ਬਨਾਵਟ ਵਿੱਚ, ਕਿ ਮੈਂ ਤੁਹਾਡੇ ਘਰ ਜਾ ਰਿਹਾ ਤੇ ਮੈਂ ਕੋਈ ਗਿਫਟ ਲੈ ਕੇ ਜਾਵਾਂ। ਪੈਸਾ ਖਰਚ ਹੋਣਾ ਹੈ ਤੁਸੀਂ ਮੈਨੂੰ ਕੋਈ ਰਿਟਰਨ ਗਿਫਟ ਦਿਓ। ਲੇਕਿਨ ਜੇ ਪਿਆਰ ਹੈ ਮੇਰੇ ਦਿਲ ਦੇ ਅੰਦਰ, ਤੇ ਪਿਆਰ ਦਾ ਗਿਫਟ ਨਾਲ ਜਾਂ ਰਿਟਰਨ ਗਿਫਟ ਦੇ ਨਾਲ ਕੀ ਮਤਲਬ ਹੈ? ਇਹ ਤਾਂ ਵਪਾਰ ਬਣ ਜਾਏਗਾ। ਤੇ ਜਿੱਥੇ ਪਿਆਰ ਹੋਏਗਾ ਨਾ, ਉੱਥੇ ਫਿਰ ਜੇ ਮੈਨੂੰ ਕੋਈ ਜ਼ਰੂਰਤ ਹੋਏਗੀ, ਐਮਰਜੈਂਸੀ, ਮੈਂ ਹਸਪੀਟਲ ਵਿੱਚ ਆ, ਮੇਰੀ ਜਾਨ ਨਿਕਲ ਰਹੀ ਹੈ, ਮੇਰੇ ਕੋਲ ਪੈਸਾ ਨਹੀਂ, ਤਾਂ ਤੁਸੀਂ ਆਪਣੀ ਜਿੰਦ ਜਾਨ ਵੀ ਮੇਰੇ ਤੇ ਵਾਰ ਦਿਓ, ਜੇ ਪਿਆਰ ਹੋਏਗਾ। ਨਹੀਂ ਤਾਂ ਗਿਫਟਾਂ ਤੱਕ ਸੀਮਿਤ ਰਹਿ ਜਾਵਾਂਗੇ। ਜੀਵਨ ਤਾਂ ਸੌਖਾ ਹੈ, ਪਤੀ ਪਤਨੀ ਪਿਆਰ ਨਾਲ ਰਹਿਣ ਤਾਂ ਕਿੰਨਾ ਸੌਖਾ ਹੈ। ਇਹ ਤਾਂ ਸੌਖੀਆਂ ਚੀਜ਼ਾਂ ਨੇ। ਹਰ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਕੰਪਲਿਕੇਟ ਕੀਤਾ ਹੋਇਆ ਹੈ, ਸਿਰਫ ਪਦਾਰਥਕ ਦੌੜ ਦੇ ਅੰਦਰ, ਅਵਗੁਣਾਂ ਦੀ ਦੌੜ ਦੇ ਅੰਦਰ। ਤਾਂ ਗੁਰੂ ਜੀ ਕਹਿੰਦੇ ਨੇ ਜੋ ਆਪਣੇ ਆਪੇ ਨੂੰ ਗਵਾ ਦਿੰਦਾ ਹੈ, ਹੰਕਾਰ ਨੂੰ ਗਵਾ ਦਿੰਦਾ ਹੈ, ਪ੍ਰਭੂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮਿਲਿਆ ਕਦੇ ਨਾ ਵਿਛੜੈ, ਜੋਤੀ ਜੋਤ ਮਿਲਾਵੇ। ਹੁਣ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਚਰਨਾਂ ਵਿੱਚ ਮਿਲ ਜਾਏ, ਉਹ ਮੁੜ ਕੇ ਕਦੇ ਨਹੀਂ ਵਿਛੜਦਾ। ਜੋਤੀ ਜੋਤ ਦਾ ਇੱਥੇ ਮਤਲਬ, ਇੱਥੇ ਜੋਤ ਦਾ ਮਤਲਬ ਹੈ ਸੋਚ। ਜੋ ਆਪਣੀ ਸੋਚ ਨੂੰ ਰੱਬ ਦੀ ਸੋਚ ਵਿੱਚ ਮਿਲਾ ਦੇਵੇ, ਉਹ ਕਦੇ ਮਿਲਿਆ ਹੋਇਆ ਵਿਛੜੇਗਾ ਹੀ ਨਹੀਂ। ਇਹ ਨਹੀਂ ਕਿ ਮਰਨ ਤੋਂ ਬਾਅਦ ਕੋਈ ਮਿਲੇਗਾ, ਇਹ ਨਹੀਂ ਕਿ ਜਿਹੜਾ ਰੱਬ ਵਿੱਚ ਮਿਲ ਜਾਏਗਾ ਉਹਦਾ ਸਰੀਰ ਖਤਮ ਹੋ ਜਾਏਗਾ। ਸਰੀਰ ਰਹੇਗਾ, ਜਿਉਂਦਾ ਹੀ ਰਹੇਗਾ ਬੰਦਾ। ਜਦੋਂ ਮਰੇਗਾ, ਮੌਤ ਆਏਗੀ, ਸਰੀਰਕ ਉਦੋਂ ਹੀ ਆਏਗੀ, ਲੇਕਿਨ ਸੋਚ ਮਿਲ ਜਾਏਗੀ ਉਹਦੀ ਰੱਬ ਦੇ ਵਿੱਚ, ਤੇ ਉਹ ਰੱਬ ਵਰਗਾ ਹੋ ਜਾਏਗਾ। ਹੁਣ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਹੈ, ਤਾਂ ਸਰੀਰਕ ਤੌਰ ਤੇ ਦੋਵੇਂ ਹੀ ਮੌਜੂਦ ਨੇ ਨਾ। ਤਾਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਕਿਉਂ ਬਣ ਗਏ ਨੇ, ਇੱਕ ਕਿਉਂ ਹੋ ਗਏ ਨੇ? ਸਰੀਰ ਤੇ ਦੋ ਨੇ। ਗੁਰੂ ਅੰਗਦ ਪਾਤਸ਼ਾਹ ਜੀ ਨੇ ਆਪਣੀ ਸੋਚ ਗੁਰੂ ਨਾਨਕ ਦੇਵ ਦੀ ਸੋਚ ਵਿੱਚ ਮਿਲਾ ਦਿੱਤੀ ਹੈ।
ਉਹਨਾਂ ਦੀ ਸੋਚ ਇੱਕ ਹੋਗੀ। ਗੱਲ ਸੋਚ ਦੀ ਹੈ। ਸਰੀਰ ਵੱਖਰੇ ਨੇ। ਹੁਣ ਮਹਿਲਾ ਪਹਿਲਾ, ਮਹਿਲਾ ਦੂਜਾ, ਤੀਜਾ, ਚੌਥਾ, ਪੰਜਵਾਂ, ਮਹਿਲਾ ਨਾਵਾਂ, ਦੇਖੋ ਇਹ ਸਰੀਰ ਦੀ ਨਿਸ਼ਾਨੀ ਹੈ ਕਿ ਪਹਿਲਾ ਰੂਪ, ਦੂਜਾ, ਤੀਜਾ, ਚੌਥਾ, ਪੰਜਵਾਂ ਜਾਂ ਨੌਵਾਂ ਰੂਪ। ਲੇਕਿਨ ਜਦੋਂ ਬਾਣੀ ਲਿਖੀ ਹੈ, ਨਾਮ ਲਿਖਿਆ ਹੈ, ਉਦੋਂ ਨਾਨਕ ਦਾ ਹੀ ਲਿਖਿਆ ਹੈ। ਕਾਰਨ ਕਿ ਸਰੀਰ ਵੱਖਰਾ ਹੈ, ਸੋਚ ਇੱਕ ਹੈ। ਸੋਚ ਗੁਰੂ ਨਾਨਕ ਦੇਵ ਵਾਲੀ ਸੋਚ ਵੱਖਰੀ ਨਹੀਂ। ਗੱਲ ਸੋਚ ਮਿਲਾਨ ਦੀ ਹੈ। ਮਿਲਿਆ ਕਦੇ ਨਾ ਵਿਛੜੈ, ਜੋਤੀ ਜੋਤ ਮਿਲਾਵੇ। ਜਿਹੜਾ ਆਪਣੀ ਸੋਚ ਨੂੰ ਰੱਬੀ ਸੋਚ ਵਿੱਚ ਮਿਲਾ ਦਿੰਦਾ ਹੈ, ਉਹ ਮਿਲਿਆ ਹੋਇਆ ਫਿਰ ਕਦੇ ਵੀ ਨਹੀਂ ਵਿਛੜਦਾ। ਉਹਨੂੰ ਕਿਵੇਂ ਵੱਖਰਾ ਕਰ ਲੋਗੇ ਜਿਹਦੀ ਸੋਚ ਹੀ ਰੱਬ ਵਿੱਚ ਮਿਲ ਗਈ? ਇੱਕ ਬੂੰਦ ਨੂੰ ਤੁਸੀਂ ਸਮੁੰਦਰ ਵਿੱਚ ਪਾ ਕੇ ਤੇ ਉਸ ਬੂੰਦ ਨੂੰ ਕਿਵੇਂ ਵਾਪਸ ਕੱਢ ਲੋਗੇ? ਹਜ਼ਾਰਾਂ, ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਬੂੰਦਾਂ ਕੱਢ ਸਕਦੇ ਹੋ, ਪਰ ਜਿਹੜੇ ਅਣੂ ਉਸ ਬੂੰਦ ਵਿੱਚ ਸਨ, ਸੇਮ ਬੂੰਦ ਨੂੰ ਤੁਸੀਂ ਸਮੁੰਦਰ ਵਿੱਚੋਂ ਬਾਹਰ ਨਹੀਂ ਕੱਢ ਪਾਓਗੇ, ਕਿਉਂਕਿ ਉਹ ਮਿਲ ਚੁੱਕੀ ਹੈ। ਇਸੇ ਤਰ੍ਹਾਂ ਜੋ ਆਪਣੀ ਸੋਚ ਨੂੰ ਰੱਬੀ ਸੋਚ ਵਿੱਚ ਮਿਲਾ ਦਿੰਦਾ ਹੈ, ਉਹ ਫਿਰ ਕਦੇ ਵਿਛੜਦਾ ਨਹੀਂ, ਉਹਦੀ ਸੁਰਤ ਵਿਛੜਦੀ ਨਹੀਂ, ਉਹਦੇ ਅੰਦਰ ਝੂਠ, ਫਰੇਬ, ਚੋਰੀਆਂ, ਬੇਈਮਾਨੀਆਂ ਫਿਰ ਨਹੀਂ ਹੁੰਦੀਆਂ। ਉਹ ਇੱਕ ਰੂਪ ਹੋ ਜਾਂਦਾ। ਨਾਨਕ ਗੁਰ ਪ੍ਰਸਾਦੀ ਸੋ ਬੁਝ ਸੀ, ਜਿਸ ਆਪ ਬੁਝਾਵੇ। ਹੇ ਨਾਨਕ, ਇਸ ਭੇਦ ਨੂੰ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖਸ਼ਦਾ ਹੈ। ਹੁਣ ਇਸ ਪੰਕਤੀ ਦੇ ਅਰਥਾਂ ਤੋਂ ਸਾਡੇ ਅੰਦਰ ਕਨਫਿਊਜ਼ਨ ਪੈਦਾ ਹੋ ਸਕਦੀ ਹੈ। ਅਰਥਾਂ ਸਾਡੇ ਆਪਣੇ ਕੀਤੇ ਅਰਥਾਂ ਨਾਲ ਗੁਰਬਾਣੀ ਵਿੱਚ ਕੋਈ ਕਨਫਿਊਜ਼ਨ ਨਹੀਂ ਹੈ। ਸਾਡੇ ਵਿਚਾਰਨ ਨਾਲ ਸਾਡੇ ਅੰਦਰ ਕਨਫਿਊਜ਼ਨ ਪੈਦਾ ਹੋ ਸਕਦੀ ਹੈ, ਜਾਂ ਅਸੀਂ ਚਲਾਕੀ ਕਰਕੇ ਤੇ ਆਪ ਬਚਣ ਦਾ ਯਤਨ ਕਰ ਸਕਦੇ ਹਾਂ ਕਿ ਇਸ ਭੇਦ ਨੂੰ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖਸ਼ਦਾ ਹੈ। ਤਾਂ ਹੁਣ ਇਹਦਾ ਮਤਲਬ ਕਿ ਜੇ ਸਾਨੂੰ ਸਮਝ ਨਹੀਂ ਆਈ ਤੇ ਗੁਰੂ ਨੇ ਸਾਡੇ ਤੇ ਕਿਰਪਾ ਨਹੀਂ ਕੀਤੀ, ਅਸੀਂ ਸਾਫ਼ ਬਚ ਗਏ ਨਾ। ਇੱਥੇ ਸਾਡੀ ਚਲਾਕੀ ਹੈ ਕਿ ਗੁਰੂ ਨੇ ਕਿਰਪਾ ਨਹੀਂ ਕੀਤੀ, ਰੱਬ ਨੇ ਸਾਨੂੰ ਸਮਝ ਨਹੀਂ ਬਖਸ਼ੀ। ਇਹਦਾ ਮਤਲਬ ਦੋਸ਼ੀ ਕੌਣ ਹੈ? ਰੱਬ ਔਰ ਗੁਰੂ। ਇਹ ਗੱਲ ਨਹੀਂ ਹੈ। ਦੇਖੋ, ਗੁਰੂ ਦੀ ਕਿਰਪਾ ਕਿਹਦੇ ਤੇ ਹੋਏਗੀ? ਜਿਹੜਾ ਗੁਰੂ ਦੇ ਕੋਲ ਜਾਏਗਾ। ਰੱਬ ਕਿਹਨੂੰ ਸਮਝ ਬਖਸ਼ੇਗਾ? ਜਿਹੜਾ ਰੱਬ ਦੀ ਸ਼ਰਨ ਵਿੱਚ ਜਾਏਗਾ, ਜੋ ਲੈਣਾ ਚਾਹੇਗਾ ਉਹਨੂੰ ਬਖਸ਼ੇਗਾ ਨਾ। ਤੇ ਜੇ ਹੁਣ ਅਸੀਂ ਗੁਰੂ ਦੇ ਕੋਲ ਜਾਈਏ ਹੀ ਨਾ, ਜੇ ਰੱਬ ਦੀ ਬਖਸ਼ਿਸ਼ ਨੂੰ ਅਸੀਂ ਅਸੈਪਟ ਹੀ ਨਾ ਕਰੀਏ, ਉਹਨੂੰ ਠੀਕ ਵਰਤੀਏ ਹੀ ਨਾ, ਤਾਂ ਫਿਰ ਦੋਸ਼ ਕਿਹਦਾ ਹੈ? ਰੱਬ ਨੇ ਤੇ ਸਾਨੂੰ ਦਿਮਾਗ ਦਿੱਤਾ ਹੈ। ਰੱਬ ਨੇ ਤਾਂ ਆ ਸਾਰੀ ਜਿਹੜੀ ਕਾਇਨਾਤ ਹੈ, ਦਿਸਦਾ ਜਗਤ ਰੱਬ ਦਾ ਰੂਪ ਹੈ। ਇੱਥੇ ਤਾਂ ਕੋਈ ਦੁੱਖ ਹੈ ਹੀ ਨਹੀਂ ਹੈ। ਸਾਡੀ ਜ਼ਿੰਦਗੀ ਵਾਸਤੇ, ਸੁਖ ਸ਼ਾਂਤੀ ਵਾਸਤੇ ਜੋ ਵੀ ਚੀਜ਼ਾਂ ਚਾਹੀਦੀਆਂ ਨੇ ਸਭ ਮੌਜੂਦ ਨੇ। ਮੈਂ ਬਹੁਤ ਵਾਰੀ ਗਿਣੀਆਂ ਨੇ। ਧਰਤੀ, ਆਕਾਸ਼, ਖੰਡ, ਮੰਡਲ, ਬ੍ਰਹਿਮੰਡ, ਸਾਰਾ ਕੁਛ, ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ, ਜਾਇਦਾਦ, ਧਨ ਦੌਲਤ, ਦਿਮਾਗ ਸਾਡਾ, ਸਾਰਾ ਕੁਛ, ਗਿਆਨ। ਹੁਣ ਗੁਰੂ ਤਾਂ ਬਖਸ਼ਿਸ਼ ਕਰ ਰਿਹਾ ਹੈ ਨਾ ਸਾਰਿਆਂ ਤੇ। ਗੁਰੂ ਜੀ ਤੇ ਸਾਨੂੰ ਕਹਿ ਰਹੇ ਨੇ ਬੋਲੀਏ ਸੱਚ, ਧਰਮ, ਝੂਠ ਨਾ ਬੋਲੀਏ। ਗੁਰੂ ਨੇ ਬਖਸ਼ਿਸ਼ ਕੀਤੀ ਨਾ, ਪਰ ਅਸੀਂ ਇਸ ਬਖਸ਼ਿਸ਼ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਸੱਚ ਨਹੀਂ ਬੋਲਣਾ। ਅਸੀਂ ਇਨਕਾਰ ਕੀਤਾ ਨਾ। ਤਾਂ ਮਤਲਬ ਜੋ ਰੱਬੀ ਰਜ਼ਾ ਇਹ ਹੈ, ਜਿਸ ਆਪ ਬੁਝਾਵੇ। ਰੱਬ ਦੀ ਰਜ਼ਾ ਪਾਣਾ ਸਿਸਟਮ ਹੀ ਇਹ ਹੈ ਕਿ ਗੁਰੂ ਦੀ ਕਿਰਪਾ ਨਾਲ, ਮੀਨਸ ਗੁਰੂ ਦੇ ਗਿਆਨ ਰਾਹੀਂ ਇਹ ਚੀਜ਼ ਸਮਝ ਆਏਗੀ। ਇਸ ਪੰਕਤੀ ਦਾ ਭਾਵ ਇਹ ਲੈਣਾ ਹੈ ਕਿ ਰੱਬੀ ਸਿਸਟਮ ਇਹ ਹੈ, ਯੂਨੀਵਰਸਲ ਟਰੁਥ ਇਹ ਹੈ ਕਿ ਗਿਆਨ ਗੁਰੂ ਦੀ ਅਗਵਾਈ ਦੇ ਅੰਦਰ ਚੱਲ ਕੇ ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ ਕਿ ਚਾਰ ਚੁਫੇਰੇ ਪ੍ਰਭੂ ਹੈ। ਜਿਹੜਾ ਆਪਣੀ ਸੋਚ ਨੂੰ ਰੱਬੀ ਸੋਚ ਵਿੱਚ ਮਿਲਾ ਦਿੰਦਾ ਹੈ, ਉਹ ਕਦੇ ਵੀ ਵੱਖਰਾ ਨਹੀਂ ਹੁੰਦਾ। ਇਹ ਗੁਰੂ ਦੇ ਗਿਆਨ ਰਾਹੀਂ ਸਾਨੂੰ ਸਮਝ ਆਏਗੀ। ਤਾਂ ਜਿਹੜਾ ਵੀ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ, ਪ੍ਰਭੂ ਉਹਨੂੰ ਆਪ ਇਹ ਸੂਝ ਬਖਸ਼ਿਸ਼ ਕਰਦਾ ਹੈ। ਉਹ ਆਪਣੇ ਆਪੇ ਨੂੰ ਗਵਾ ਦਿੰਦਾ ਹੈ। ਉਹ ਪਿਛਲੇ ਦਿੱਤੇ ਹੋਏ ਗੁਣਾਂ ਨੂੰ ਯੂਜ਼ ਕਰਦਾ ਹੈ। ਪੌੜੀ, ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ। ਸਭ ਕੋ ਦਾ ਮਤਲਬ ਹਰ ਕੋਈ ਜੀਵ ਜੋ ਵੀ ਇਸ ਜਗਤ ਵਿੱਚ ਹੈ, ਪਸ਼ੂ, ਪੰਛੀ, ਵਨਸਪਤੀ, ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਜੋ ਕੁਝ ਵੀ ਹੈ, ਲੇਖੇ ਵਿੱਚ ਦਾ ਮਤਲਬ ਲੇਖੇ ਦੇ ਵਿੱਚ ਹੈ, ਹੁਕਮ ਦੇ ਅੰਦਰ ਹੈ। ਲੇਖੇ ਦਾ ਮਤਲਬ ਹੁਕਮ। ਹੁਕਮ ਦੇ ਅੰਦਰ ਹੈ ਹਰ ਚੀਜ਼। ਤੇ ਹੁਕਮ ਦਾ ਮਤਲਬ ਰਜਾ, ਭਾਣਾ, ਲੇਖ, ਸਿਸਟਮ, ਲਾ ਆਫ ਨੇਚਰ।
ਹੁਣ ਇਹ ਚੀਜ਼ ਨੂੰ ਦੇਖੋ, ਚਾਰ ਚਫੇਰੇ ਕਿ ਸਿਸਟਮ ਤੋਂ ਬਾਹਰ ਕੁਝ ਹੋ ਸਕਦਾ ਹੈ? ਨਹੀਂ ਹੋ ਸਕਦਾ। ਸਭ ਕੋ ਲੇਖੇ ਵਿੱਚ ਹੈ, ਹਰ ਚੀਜ਼ ਲੇਖੇ ਵਿੱਚ, ਹੁਕਮ ਦੇ ਅੰਦਰ ਹੈ। ਮਨਮੁਖ ਅਹੰਕਾਰੀ, ਪਰ ਜੋ ਆਪ ਖੁਦਰਾ ਮਨੁੱਖ ਹੈ ਉਹ ਹੰਕਾਰੀ ਹੈ, ਉਸ ਚੀਜ਼ ਤੋਂ ਆਕੀ, ਉਹ ਚੀਜ਼ ਨੂੰ ਮੰਨ ਨਹੀਂ ਰਿਹਾ, ਉਹ ਹੁਕਮ ਨੂੰ ਸਮਝ ਨਹੀਂ ਰਿਹਾ, ਉਹ ਹੁਕਮ ਮੁਤਾਬਕ ਜ਼ਿੰਦਗੀ ਜੀ ਨਹੀਂ ਰਿਹਾ, ਇਸ ਕਰਕੇ ਉਹ ਦੁਖੀ ਹੈ। ਚੀਜ਼, ਹਰ ਚੀਜ਼ ਸਿਸਟਮ ਵਿੱਚ, ਸਿਸਟਮ ਅੰਦਰ ਹਰ ਚੀਜ਼ ਮਿਲੇਗੀ, ਪਰ ਆਪ ਹੁਦਰਾ ਮਨੁੱਖ ਹੰਕਾਰੀ ਹੈ, ਉਹ ਕਹਿੰਦਾ ਹੈ ਮੈਂ ਸਿਸਟਮ ਤੋਂ ਉਲਟ ਕੁਛ ਪਾ ਲਵਾਂਗਾ। ਜੇ ਅਸੀਂ ਆਪਣੀ ਜ਼ਿੰਦਗੀ ਦੀ ਸੁੱਖ ਸ਼ਾਂਤੀ ਦੀ ਗੱਲ ਕਰੀਏ ਤਾਂ ਇੱਕ ਸਿਸਟਮ ਹੈ ਕਿ ਜੇ ਅਸੀਂ ਸੱਚ ਬੋਲਾਂਗੇ, ਪਿਆਰ ਨਾਲ ਰਹਾਂਗੇ, ਮਿਲਵਰਤਨ ਠੀਕ ਹੋਏਗਾ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਆ, ਤਾਂ ਸਾਡੀ ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਰਹੇਗੀ, ਤਾਂ ਸਮਾਜ ਦਾ ਭਲਾ ਹੋਏਗਾ। ਇਹ ਤਾਂ ਸਿਸਟਮ ਸਮਝ ਆ ਰਿਹਾ ਹੈ। ਪਰ ਦੂਜਾ ਬੰਦਾ ਅਹੰਕਾਰੀ ਹੈ, ਇਸ ਗੱਲ ਨੂੰ ਸਮਝਦਾ ਨਹੀਂ, ਇਸ ਗੱਲ ਨੂੰ ਮੰਨਦਾ ਨਹੀਂ। ਉਹ ਇਹ ਸੋਚਦਾ ਕਿ ਮੈਂ ਤੇ ਨਫ਼ਰਤ ਕਰਕੇ, ਠੱਗੀਆਂ ਮਾਰ ਕੇ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਕਰਕੇ ਵੀ ਸੁਖੀ ਰਹਿ ਸਕਣਾ। ਇਹ ਸਿਸਟਮ ਨੂੰ ਫੋਲੋ ਨਹੀਂ ਕਰਦਾ, ਹੁਕਮ ਨੂੰ ਫੋਲੋ ਨਹੀਂ ਕਰਦਾ। ਇਸ ਅਹੰਕਾਰ ਨੇ, ਇਸ ਅਗਿਆਨਤਾ ਨੇ ਹੀ ਸਮਾਜ ਨੂੰ ਦੁਖੀ ਕੀਤਾ ਹੋਇਆ ਨਾ। ਤਾਂ ਹੀ ਬਲਾਤਕਾਰ ਦੀਆਂ ਘਟਨਾਵਾਂ ਨੇ, ਤਾਂ ਹੀ ਚੋਰੀਆਂ ਨੇ, ਤਾਂ ਹੀ ਬੇਈਮਾਨੀਆਂ ਨੇ, ਤਾਂ ਹੀ ਨਸ਼ੇ ਨੇ, ਕਿਉਂਕਿ ਲੋਕ ਸਮਝ ਰਹੇ ਨੇ ਸ਼ਾਇਦ ਇਹਨਾਂ ਕੰਮਾਂ ਤੋਂ ਸਾਨੂੰ ਸੁੱਖ ਮਿਲ ਜਾਏਗਾ। ਦੂਜੇ ਦੀ ਚੁਗਲੀ ਕਰਕੇ, ਦੂਜੇ ਦੀ ਨਿੰਦਿਆ ਕਰਕੇ, ਦੂਜੇ ਨੂੰ ਨੀਵਾਂ ਵਿਖਾ ਕੇ ਮੈਨੂੰ ਸੁੱਖ ਮਿਲ ਜਾਏਗਾ। ਤੁਸੀਂ ਮੈਨੂੰ ਨੀਵਾਂ ਕਰਕੇ ਦੁਖੀ ਕੀਤਾ ਕਿਉਂਕਿ ਤੁਸੀਂ ਥੋੜੇ ਤਗੜੇ ਹੋ, ਤੇ ਤਗੜਾ ਬੰਦਾ ਨੀਵੇਂ ਨੂੰ ਦਬਾ ਲੈਂਦਾ। ਤੁਸੀਂ ਮੈਨੂੰ ਦੁਖੀ ਕੀਤਾ, ਮੈਂ ਆਪਣੇ ਤੋਂ ਨੀਵੇਂ ਨੂੰ ਕੀਤਾ, ਉਹਨੇ ਆਪਣੇ ਤੋਂ ਨੀਵੇਂ ਨੂੰ ਕੀਤਾ। ਹੁੰਦਾ ਕੀ ਹੈ? ਸਪੋਜ਼ ਇੱਕ ਮਿਸਾਲ ਲੈ ਰਿਹਾ, ਕੋਈ ਬੰਦਾ ਕੰਮ ਕਰ ਰਿਹਾ ਹੈ ਆਪਣੇ ਬੌਸ ਦੇ ਥੱਲੇ, ਤੇ ਬੌਸ ਜਿਹੜਾ ਹੈ ਉਹਨੇ ਆਪਣੇ ਥੱਲੇ ਵਾਲੇ ਮੁਲਾਜ਼ਮ ਨੂੰ ਝਿੜਕ ਦਿੱਤਾ, ਉਹਨੇ ਉਹਨੂੰ ਦੁਖੀ ਕੀਤਾ, ਉਹਨੇ ਤੰਗ ਕੀਤਾ। ਤੇ ਜਿਹੜਾ ਮੁਲਾਜ਼ਮ ਹੈ ਉਹ ਹੁਣ ਬੌਸ ਅੱਗੇ ਤੇ ਬੋਲ ਨਹੀਂ ਸਕਦਾ, ਤੇ ਘਰ ਗਿਆ ਤੇ ਘਰ ਵਾਲੀ ਉਹਦੇ ਤੋਂ ਥੋੜੀ ਕਮਜ਼ੋਰ ਹੈ, ਉਹਨੇ ਗੁੱਸਾ ਘਰ ਵਾਲੀ ਤੇ ਝਾੜ ਦਿੱਤਾ। ਤੈਨੂੰ ਅਕਲ ਨਹੀਂ ਆ ਦਾਲ ਬਣਾਉਣ ਦੀ, ਦੂਜੀ ਤੀਜੀ, ਉਹਨੇ ਗੁੱਸਾ ਉੱਥੇ ਝਾੜਿਆ। ਤੇ ਘਰ ਵਾਲੀ ਵਿਚਾਰੀ ਹੁਣ ਬੋਲਣਾ ਨਹੀਂ ਚਾਹੁੰਦੀ। ਉਹ ਬੱਚੇ ਨੇ ਥੋੜਾ ਇਧਰ ਉਧਰ ਕੀਤਾ, ਉਹਨੇ 2 ਚਪੇੜਾਂ ਬੱਚੇ ਨੂੰ ਕੱਢ ਮਾਰੀਆਂ। ਤੈਨੂੰ ਅਕਲ ਨਹੀਂ, ਮੌਤ ਨਹੀਂ। ਹੁਣ ਬੱਚਾ ਵਿਚਾਰਾ ਨਾ ਪਿਓ ਨੂੰ ਕੁਝ ਕਹਿ ਸਕਦਾ ਹੈ ਤੇ ਨਾ ਮਾਂ ਨੂੰ। ਉਹਦੇ ਹੱਥ ਵਿੱਚ ਕੱਪ ਸੀ, ਉਹਨੇ ਕੱਪ ਨੂੰ ਚੁੱਕ ਕੇ ਉਹ ਮਾਰਿਆ, ਉਹਨੇ ਕੱਪ ਤੋੜ ਦਿੱਤਾ। ਆਪਣੇ ਤੋਂ ਮਾੜੇ ਤੇ ਕੱਢੀ ਜਾਂਦਾ ਨਾ। ਇਸੇ ਤਰ੍ਹਾਂ ਇਹ ਸਾਰਾ ਸਮਾਜ ਦੁਖੀ ਹੋਈ ਜਾਂਦਾ। ਤੇ ਜੇ ਬੰਦਾ ਪਹਿਲਾਂ ਹੀ ਕੰਮ ਗਲਤ ਨਾ ਕਰੇ, ਸਾਰੇ ਇੱਕ ਦੂਜੇ ਨਾਲ ਵਿਹਾਰ ਨਿਮਰਤਾ ਵਾਲਾ ਕਰਨ, ਤਾਂ ਸਮਾਜ ਸੁਖੀ ਹੋ ਜਾਏ ਨਾ। ਤਾਂ ਗੁਰੂ ਜੀ ਕਹਿੰਦੇ ਨੇ ਹਰ ਬੰਦਾ ਲੇਖੇ ਜੋਖੇ ਵਿੱਚ ਹੈ, ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੁਛ ਨਹੀਂ। ਪਰ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਹੰਕਾਰੀ ਹੈ, ਉਹ ਹੁਕਮ ਤੋਂ ਬਾਹਰ ਚੱਲ ਕੇ ਰਹਿਣਾ ਚਾਹੁੰਦਾ ਹੈ। ਤੇ ਕਰਦਾ ਕੀ ਹੈ? ਹਰ ਨਾਮ ਕਦੇ ਨਾ ਚੇਤਈ, ਨਾਮ ਦਾ ਮਤਲਬ ਹੁਕਮ, ਨਾ ਚੇਤਈ ਦਾ ਮਤਲਬ ਕਦੇ ਯਾਦ ਹੀ ਨਹੀਂ ਕਰਦਾ। ਪ੍ਰਭੂ ਦੇ ਹੁਕਮ ਨੂੰ ਕਦੇ ਨਹੀਂ ਯਾਦ ਰੱਖਦਾ ਕਿ ਮੈਂ ਹੁਕਮ ਵਿੱਚ ਰਹਿਣਾ। ਇਹ ਗੱਲ ਉਹਦੇ ਚੇਤੇ ਵਿੱਚ ਹੀ ਨਹੀਂ ਕਿ ਮੈਂ ਗੁਣਾਂ ਦੇ ਧਾਰਨੀ ਹੋਣਾ ਹੈ, ਸਤ ਸੰਤੋਖ ਦਇਆ ਧਰਮ ਨੂੰ ਅਪਣਾਉਣਾ ਹੈ, ਇਹ ਗੱਲ ਚੇਤੇ ਵਿੱਚ ਹੀ ਨਹੀਂ। ਹੁਕਮ ਤੋਂ ਆਕੀ, ਗੁਣਾਂ ਤੋਂ ਆਕੀ, ਜਮਕਾਲ ਸਿਰ ਮਾਰੀ, ਉਹਦੇ ਸਿਰ ਦੇ ਉੱਤੇ ਜਮਕਾਲ ਚੋਟ ਮਾਰਦਾ ਹੈ। ਜਮਕਾਲ ਦਾ ਮਤਲਬ ਆਤਮਿਕ ਮੌਤ, ਆਤਮਿਕ ਮੌਤੇ ਮਰ ਜਾਂਦਾ ਹੈ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਤੇ ਜਦੋਂ ਇਨਸਾਨੀਅਤ ਮਰ ਜਾਏ ਉਦੋਂ ਫਿਰ ਦੁਨੀਆ ਨੂੰ ਵੀ ਦੁੱਖ ਦਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਮਨ ਦੇ ਪਿੱਛੇ ਤੁਰਨ ਵਾਲਾ ਹੈ ਉਹ ਰੱਬੀ ਹੁਕਮ ਤੋਂ ਆਕੀ ਹੋ ਜਾਂਦਾ ਹੈ, ਰੱਬੀ ਹੁਕਮ ਨੂੰ ਫੋਲੋ ਨਹੀਂ ਕਰਦਾ, ਗੁਣਾਂ ਦਾ ਧਾਰਨੀ ਨਹੀਂ ਹੁੰਦਾ, ਔਗਣਾਂ ਵਿੱਚ ਖਚਤ ਹੋ ਜਾਂਦਾ ਹੈ, ਜਿਸ ਕਰਕੇ ਉਹਨੂੰ ਆਤਮਿਕ ਮੌਤ ਦੀ ਚੋਟ ਸਹਾਰਨੀ ਪੈਂਦੀ ਹੈ। ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਔਰ ਪਰੇਸ਼ਾਨੀ ਔਰ ਦੁਖੀਆ ਹੁੰਦਾ ਹੈ। ਤੇ ਕਰਦਾ ਕੀ ਹੈ ਸਾਰੀ ਜ਼ਿੰਦਗੀ? ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ। ਮਨੂਰ ਕਹਿੰਦੇ ਨੇ ਸੜਿਆ ਹੋਇਆ ਲੋਹਾ। ਜਿਵੇਂ ਲੋਹੇ ਨੂੰ ਜੰਗਾਲ ਲੱਗੇ ਨਾ, ਤੇ ਜੰਗਾਲ ਲੱਗ ਕੇ ਜਿਹੜੀਆਂ ਚਰੇਪੜੀਆਂ ਝੜ ਕੇ ਥੱਲੇ ਡਿੱਗਦੀਆਂ ਨੇ, ਉਹਨੂੰ ਮਨੂਰ ਕਹਿੰਦੇ ਨੇ। ਅੱਗ ਦੇ ਵਿੱਚ ਸਾੜਿਆਂ ਲੋਹੇ ਦੇ ਉੱਤੋਂ ਜਿਹੜੀਆਂ ਨਿੱਕੀਆਂ ਨਿੱਕੀਆਂ ਚਰੇਪੜੀਆਂ ਦੀਆਂ ਲੈ ਕੇ ਡਿੱਗਦਾ, ਉਹਨੂੰ ਕਹਿੰਦੇ ਨੇ ਮਨੂਰ, ਨਿਕੰਮਾ ਲੋਹਾ। ਜੰਗਾਲ ਲੱਗ ਲੱਗ ਕੇ ਲੋਹਾ ਖਰਾਬ ਹੋ ਜਾਏ, ਕਿਸੇ ਕੰਮ ਦਾ ਨਹੀਂ।
ਤਾਂ ਗੁਰੂ ਜੀ ਕਹਿੰਦੇ ਨੇ ਪਾਪ, ਵਿਕਾਰ ਤੇ ਮਨੂਰ ਦਾ ਮਤਲਬ ਜਿਹੜੇ ਵਿਅਰਥ ਕੰਮ ਨੇ ਉਹਨਾਂ ਦੇ ਭਾਰ ਸਿਰ ਦੇ ਉੱਤੇ ਲੱਦੀ ਫਿਰਦਾ ਹੈ। ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਹੈ, ਹੁਕਮ ਰਜਾ ਵਿੱਚ ਨਹੀਂ ਤੁਰਦਾ। ਇੱਕ ਤੇ ਪਾਪ ਵਿਕਾਰ ਕਮਾਉਂਦਾ, ਇਹ ਚੀਜ਼ ਤੇ ਸਮਝ ਆ ਗਈ। ਤੇ ਇੱਕ ਸੜਿਆ ਹੋਇਆ ਲੋਹਾ ਸਿਰ ਤੇ ਕਿਹੜਾ ਲੱਦਿਆ? ਸੜਿਆ ਹੋਇਆ ਲੋਹਾ ਇਹ ਹੈ, ਕਦੇ ਤੀਰਥਾਂ ਤੇ ਜਾਂਦਾ ਨਹਾਉਣ, ਕਦੇ ਵਰਤ, ਕਦੇ ਨਰਾਤੇ, ਕਦੇ ਜੋਤਾਂ ਜਗਾ ਲਈਆਂ, ਕਦੇ ਧੂਪ ਬੱਤੀ ਖਾ ਲਈ, ਪੁੱਠੇ ਸਿੱਧੇ ਕੰਮ ਕਰ ਲਏ, ਜੰਗਲਾਂ ਵਿੱਚ ਚਲਾ ਗਿਆ, ਕਰਮਕਾਂਡ ਸੜਿਆ ਹੋਇਆ ਲੋਹਾ, ਨਿਕੰਮੇ ਕੰਮ ਜਿਨ੍ਹਾਂ ਦਾ ਕੋਈ ਲਾਭ ਨਹੀਂ ਹੈ, ਉਹ ਸਿਰ ਤੇ ਚੁੱਕੀ ਫਿਰਦਾ, ਪਾਪ ਵਿਕਾਰ ਕਮਾਈ ਫਿਰਦਾ। ਮਾਰਗ ਬਿਖਮ ਡਰਾਵਣਾ ਕਿਉਂ ਤਰੀਏ ਤਾਰੀ। ਮਾਰਗ ਦਾ ਮਤਲਬ ਰਾਸਤਾ, ਬਿਖਮ ਦਾ ਮਤਲਬ ਔਖਾ, ਤਾਰੀ ਦਾ ਮਤਲਬ ਤਰੀਏ ਕਿਵੇਂ, ਸੰਸਾਰ ਨਦੀ, ਸੰਸਾਰ ਸਾਗਰ, ਤਾਰੀ ਦਾ ਮਤਲਬ ਨਦੀ। ਹੁਣ ਦਰਿਆ ਹੋਵੇ ਬੜਾ ਵੱਡਾ, ਜਾਂ ਰਾਹ ਦੇ ਵਿੱਚ ਹੋਵੇ ਸਮੁੰਦਰ, ਦਰਿਆ ਦੇ ਵਿੱਚੋਂ ਸਮੁੰਦਰ ਚੋਂ ਤਰਨਾ ਤੇ ਵੈਸੇ ਹੀ ਔਖਾ ਹੈ। ਵੱਡੀਆਂ ਵੱਡੀਆਂ ਠਿੱਲਾਂ ਪੈ ਰਹੀਆਂ ਨੇ, ਘੁੰਮਣ ਘੇਰੀਆਂ ਪੈ ਰਹੀਆਂ ਨੇ, ਕਿਸ਼ਤੀ ਤੋਂ ਜਹਾਜ਼ ਤੋਂ ਬਿਨਾਂ ਤਾਂ ਉੱਥੇ ਜਾਣਾ ਮੁਸ਼ਕਲ ਹੈ। ਅਣਜਾਣ ਕਿਸ਼ਤੀਆਂ ਵਾਲੇ ਤਾਂ ਚੰਗੇ ਭਲੇ ਡੋਬ ਲੈਂਦੇ ਨੇ ਨਾ। ਪਿੱਛੇ ਸਤਲੁਜ ਵਿੱਚ ਇੱਕ ਵਾਰੀ ਕਈ ਸਾਲ ਪਹਿਲਾਂ ਡੁੱਬੀ ਸੀ ਕਿਸ਼ਤੀ, ਬਾਬੇ ਦੀ ਕਿਸੇ ਦੇ ਫੁੱਲ ਤਾਰਨ ਗਏ ਸੀ ਤੇ ਉਹ ਘੁੰਮ ਗਈ ਸੀ ਨਾ, ਵਿੱਚ ਫਸ ਗਈ ਸੀ, 12-13 ਬੰਦੇ ਮਾਰੇ ਗਏ ਸੀ। ਅਣਜਾਣ ਜਿਹੜਾ ਨਾਵਿਕ ਹੈ ਉਹ ਤੇ ਆਪਣੀਆਂ ਕਿਸ਼ਤੀਆਂ ਵੀ ਡੋਬ ਦਿੰਦੇ ਨੇ। ਤੇ ਕਿਸ਼ਤੀ ਵੀ ਨਾ ਹੋਵੇ, ਰਾਸਤੇ ਵਿੱਚ ਦਰਿਆ ਠਾਠਾ ਮਾਰ ਰਿਹਾ ਹੋਵੇ, ਬੰਦੇ ਨੂੰ ਤਰ ਕੇ ਲੰਘਣਾ ਹੀ ਔਖਾ ਹੈ, ਤੇ ਜੇ ਸਿਰ ਦੇ ਉੱਤੇ ਭਾਰ ਵੀ ਲੱਦਿਆ ਹੋਵੇ ਤੇ ਉਹ ਵੀ ਬੇਕਾਰ, ਮਨੂਰ ਚੁੱਕਿਆ ਹੋਵੇ, ਉਹ ਬੰਦਾ ਕਿਵੇਂ ਨਦੀ ਤਰ ਜਾਏਗਾ। ਜੀਵਨ ਜੀਣਾ ਹੋਵੇ ਆਤਮਕ, ਮਿਲਾਪ ਹਾਸਲ ਕਰਨਾ ਹੋਵੇ ਪ੍ਰਭੂ ਦਾ, ਚਾਹੁੰਦਾ ਹੋਵੇ ਬੰਦਾ ਆਤਮਕ ਮਾਨਸਿਕ ਸ਼ਾਂਤੀ, ਤੇ ਆਪਣੀ ਖੋਪਰੀ ਦੇ ਅੰਦਰ ਪਾਪ ਵਿਕਾਰ ਤੇ ਕਰਮਕਾਂਡ ਭਰੇ ਹੋਏ ਹੋਣ, ਤਾਂ ਕਿਵੇਂ ਉਹ ਇਹਨਾਂ ਵਿਕਾਰਾਂ ਤੋਂ ਪਾਰ ਹੋ ਜਾਏ, ਕਿਵੇਂ ਸ਼ਾਂਤੀ ਤੱਕ ਪਹੁੰਚ ਜਾਏ। ਇਸ ਲਈ ਗੁਰੂ ਜੀ ਪਾਵਨ ਬਚਨ ਕਰਦੇ ਨੇ, ਨਾਨਕ ਗੁਰ ਰਾਖੇ ਸੇ ਉਬਰੇ, ਹਰ ਨਾਮ ਉਧਾਰੀ। ਹੇ ਨਾਨਕ, ਆਖ ਕੇ ਜਿਨ੍ਹਾਂ ਨੂੰ ਗੁਰੂ ਨੇ ਰੱਖਿਆ, ਜਿਨ੍ਹਾਂ ਦੀ ਗੁਰੂ ਨੇ ਰਾਖੀ ਕੀਤੀ, ਉਹ ਬਚ ਗਏ। ਉਹ ਕਿਉਂ ਬਚ ਗਏ? ਹਰ ਨਾਮ ਉਧਾਰੀ, ਕਿਉਂਕਿ ਉਹਨਾਂ ਨੂੰ ਪ੍ਰਭੂ ਦੇ ਹੁਕਮ ਨੇ ਬਚਾ ਲਿਆ। ਗੁਰੂ ਨੇ ਹੁਕਮ ਦੇ ਨਾਲ ਜੋੜਿਆ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਉਹ ਹੁਕਮ ਦੇ ਅੰਦਰ ਚੱਲੇ। ਉਹਨਾਂ ਨੇ ਸਿਸਟਮ ਨੂੰ ਫੋਲੋ ਕੀਤਾ, ਉਹਨਾਂ ਨੇ ਪਾਪ ਵਿਕਾਰ ਛੱਡ ਦਿੱਤੇ, ਉਹ ਗੁਣਾਂ ਦੇ ਧਾਰਨੀ ਹੋਏ। ਉਹ ਲੋਕ ਬਚ ਗਏ ਜਿਨ੍ਹਾਂ ਨੂੰ ਗੁਰੂ ਨੇ ਸਹਾਇਤਾ ਦਿੱਤੀ, ਗੁਰੂ ਨੇ ਗਿਆਨ ਦਿੱਤਾ। ਗੁਰੂ ਨੇ ਸਹਾਇਤਾ ਦੇਣ ਦਾ ਮਤਲਬ ਗੁਰੂ ਨੇ ਰਾਖੀ ਕੀਤੀ, ਗੁਰੂ ਨੂੰ ਗਿਆਨ ਦਿੱਤਾ, ਗੁਰੂ ਨੇ ਵਿਕਾਰਾਂ ਤੋਂ ਬਚਣ ਦਾ ਸਾਧਨ ਦਿੱਤਾ। ਉਹ ਲੋਕ ਬਚ ਗਏ ਕਿਉਂਕਿ ਰੱਬੀ ਹੁਕਮ ਨੇ ਉਹਨਾਂ ਦਾ ਉਧਾਰ ਕੀਤਾ, ਰੱਬੀ ਹੁਕਮ ਨੇ ਉਹਨਾਂ ਨੂੰ ਬਚਾ ਲਿਆ, ਰੱਬੀ ਸਿਫਤ ਸਲਾਹ ਨੇ ਬਚਾ ਲਿਆ। ਤਾਂ ਇਸ ਤਰ੍ਹਾਂ ਜਿਹੜਾ ਇਨਸਾਨ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਰੱਬੀ ਰਜ਼ਾ ਭਾਣੇ ਹੁਕਮ ਨੂੰ ਫੋਲੋ ਕਰਦਾ ਹੈ, ਉਹ ਬਚ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇੱਕ ਦੇ ਅੰਦਰ ਮੌਜੂਦ ਹੈ। ਸ਼ਲੋਕ ਮਹਿਲਾ ਤੀਜਾ। ਵਿਣ ਸਤਿਗੁਰ ਸੇਵੇ ਸੁਖ ਨਹੀਂ, ਮਰ ਜੰਮਹਿ ਵਾਰੋ ਵਾਰ। ਸਤਿਗੁਰ ਦੇ ਦੱਸੇ ਰਾਹ ਤੋਂ ਬਿਨਾਂ ਸੁਖ ਨਹੀਂ ਹੈ। ਕਿ ਜੇ ਕੋਈ ਕਹੇ ਕਿ ਮੈਂ ਗੁਰੂ ਦੇ ਦੱਸੇ ਰਾਹਾਂ ਤੇ ਨਾ ਚੱਲਾਂ, ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਨਾ ਜੀਵਾਂ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਨਾ ਕਰਾਂ, ਤਾਂ ਸੁੱਖ ਨਹੀਂ ਮਿਲ ਸਕਦਾ। ਝੂਠ, ਫਰੇਬ, ਲੋਭ ਲਾਲਚ ਵਾਲੀ ਜ਼ਿੰਦਗੀ ਜੀ ਕੇ ਸ਼ਾਂਤੀ ਨਹੀਂ ਆ ਸਕਦੀ। ਮਰ ਜੰਮਹਿ ਵਾਰੋ ਵਾਰ। ਮਰ ਜੰਮਹਿ ਵਾਰੋ ਵਾਰ ਦਾ ਮਤਲਬ ਬੰਦਾ ਜੰਮਦਾ ਹੈ ਔਰ ਮਰ ਜਾਂਦਾ ਹੈ। ਭਾਵ ਕਿ ਪਸ਼ੂ ਜੂਨੀਆਂ ਵਿੱਚ ਪਿਆ ਰਹਿੰਦਾ, ਮੁੜ ਮੁੜ ਕੇ। ਮਰ ਜੰਮੇ, ਜੰਮਦਾ ਮਰਦਾ ਹੈ, ਪਸ਼ੂ ਜੂਨੀਆਂ ਵਿੱਚ ਪੈਂਦਾ, ਉਹਦੇ ਅੰਦਰ ਪਸ਼ੂ ਜੂਨੀਆਂ ਪੈਦਾ ਹੁੰਦੀਆਂ ਨੇ। 1 ਮਿੰਟ ਵਾਸਤੇ ਲੋਭ ਸ਼ਾਂਤ ਹੁੰਦਾ ਹੈ, ਲੋਭ ਮਰਦਾ ਹੈ ਅੰਦਰੋਂ। ਲੋਭ ਦਾ ਕੁੱਤਾ ਥੋੜੀ ਦੇਰ ਲਈ ਮਰਦਾ ਹੈ ਤੇ ਅੰਦਰ ਜਿਹੜਾ ਹੈ ਉਹ ਹੰਕਾਰ ਦਾ ਹਾਥੀ ਚੀਕਣ ਲੱਗ ਪੈਂਦਾ ਹੈ। ਅੰਦਰ ਸੱਪ ਜਿਹੜਾ ਹੈ ਕ੍ਰੋਧ ਦਾ, ਉਹ ਫੁੰਕਾਰੇ ਮਾਰਨ ਲੱਗ ਪੈਂਦਾ ਹੈ। ਪਸ਼ੂ ਜੂਨੀਆਂ ਦੇ ਅੰਦਰ ਬੰਦਾ ਬਾਰ-ਬਾਰ ਜੰਮਦਾ ਹੈ ਔਰ ਫਿਰ ਬਾਰ-ਬਾਰ ਮਰਦਾ ਹੈ, ਆਤਮਿਕ ਮੌਤ ਤੇ ਮਰਦਾ ਹੈ, ਪਸ਼ੂ ਬਿਰਤੀਆਂ ਵਿੱਚ ਪਿਆ ਰਹਿੰਦਾ ਹੈ। ਮੋਹ ਠਗੌਲੀ ਪਾਈਆਂ, ਬਹੁ ਦੂਜੇ ਭਾਏ ਵਿਕਾਰ। ਠਗੌਲੀ ਦਾ ਮਤਲਬ ਠਗਮੂਰੀ ਬੂਟੀ, ਠੱਗ ਬੂਟੀ। ਉਹ ਬੂਟੀ ਜੋ ਮੁਸਾਫਰਾਂ ਨੂੰ ਠੱਗ ਲੋਕ ਸੁੰਘਾ ਕੇ ਲੁੱਟ ਲੈਂਦੇ ਸਨ।
ਜਿਵੇਂ ਪੁਰਾਤਨ ਸਮੇਂ ਵਿੱਚ ਲੋਕ ਯਾਤਰਾ ਕਰਦੇ ਸਨ ਤੀਰਥਾਂ ਦੀ, ਜਾਂ ਇੱਕ ਸ਼ਹਿਰ ਪਿੰਡ ਤੋਂ ਦੂਜੇ ਸ਼ਹਿਰ ਪਿੰਡ ਜਾਣਾ, ਰਾਸਤੇ ਵਿੱਚ ਨਾ ਧਰਮਸ਼ਾਲਾਵਾਂ, ਰੁਕਣ ਵਾਸਤੇ ਜਗ੍ਹਾਵਾਂ ਬਣੀਆਂ ਹੁੰਦੀਆਂ ਸਨ ਤੇ ਉੱਥੇ ਮੁਸਾਫਰ ਸੌਂ ਜਾਂਦੇ ਸਨ। ਤੇ ਕਈ ਜਿਹੜੇ ਠੱਗ ਲੋਕ ਨੇ ਉਹ ਇੱਕ ਐਸੀ ਬੂਟੀ ਸੰਘਾ ਕੇ ਬੰਦੇ ਨੂੰ ਬੇਹੋਸ਼ ਕਰਦੇ ਸਨ ਤੇ ਉਹਦਾ ਸਮਾਨ ਵਗੈਰਾ ਲੁੱਟ ਲੈਂਦੇ ਸਨ। ਅੱਜ ਕੱਲ ਵੀ ਨਸ਼ੇ ਦੀਆਂ ਗੋਲੀਆਂ ਜਾਂ ਕੋਈ ਨਸ਼ੇ ਵਾਲੀ ਕੋਈ ਸੰਘਾ ਕੇ ਚੀਜ਼, ਕਈ ਵਾਰ ਐਸੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਤਾਂ ਇੱਥੇ ਮੋਹ ਦੀ ਠਗਮੂਰੀ ਬੂਟੀ ਹੈ, ਇੱਥੇ ਮੋਹ ਨੂੰ ਠਗਮੂਰੀ ਕਹਿ ਰਿਹਾ। ਮੋਹ ਠਗੌਲੀ ਪਾਈਆਂ। ਹੁਣ ਮੋਹ ਦੀ ਠੱਗ ਬੂਟੀ ਅੰਦਰ ਪਈ ਹੋਈ ਹੈ, ਜਿਨ੍ਹਾਂ ਨੇ ਮੋਹ ਦੀ ਠੱਗ ਬੂਟੀ ਸੁੰਘ ਲਈ ਹੈ, ਜਿਨ੍ਹਾਂ ਨੇ ਆਪਣੇ ਅੰਦਰ ਮੋਹ ਪੈਦਾ ਕਰ ਲਿਆ ਹੈ, ਸੈਲਫਿਸ਼ਨੈਸ, ਮੋਹ, ਬਹੁਤ ਦੂਜੇ ਭਾਏ ਵਿਕਾਰ, ਉਹ ਦੂਜੇ ਭਾਵ ਦੇ ਅੰਦਰ ਜੀ ਰਹੇ ਨੇ, ਪ੍ਰਭੂ ਨੂੰ ਛੱਡ ਕੇ ਦਵੈਤ ਭਾਵ ਵਿੱਚ ਨੇ, ਉਹਨਾਂ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ। ਵਿਕਾਰ ਦਾ ਮਤਲਬ ਹੋਰ ਉਹ ਪਾਪ ਔਰ ਅਪਰਾਧ ਕਮਾਈ ਜਾਂਦੇ ਨੇ। ਤਾਂ ਪ੍ਰਭੂ ਦੇ ਹੁਕਮ ਦੇ ਵਿੱਚ ਜੀਵਾਂ ਨੂੰ ਐਸੀ ਮੋਹ ਦੀ ਠਗਮੂਰੀ ਬੂਟੀ ਪਾਈ ਹੋਈ ਹੈ ਕਿ ਮਾਇਆ ਦੇ ਪਿਆਰ ਵਿੱਚ ਫਸ ਕੇ ਬੰਦੇ ਬਥੇਰੇ ਮੰਦੇ ਕਰਮ ਕਰਦੇ ਰਹਿੰਦੇ ਨੇ ਮੋਹ ਦੇ ਕਾਰਨ। ਪਰ ਸਾਰੇ ਨਹੀਂ ਐਸੇ, ਕੁਝ ਲੋਕ ਬਚ ਜਾਂਦੇ ਨੇ। ਬਚਦੇ ਕੌਣ ਨੇ, ਜਾਂ ਜਿਹੜੇ ਬਚਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਇੱਕ ਗੁਰ ਪ੍ਰਸਾਦੀ ਉਬਰੇ, ਇਸ ਜਨ ਕੋ ਕਰੇ ਸਭ ਨਮਸਕਾਰ। ਇੱਥੇ ਇੱਕ ਦੇ ਕੱਕੇ ਨਾਲ ਸਿਹਾਰੀ, ਇਹਦਾ ਮਤਲਬ ਕਈ। ਗੁਰ ਪ੍ਰਸਾਦੀ ਉਬਰੇ, ਗੁਰੂ ਦੀ ਕਿਰਪਾ ਨਾਲ ਬਚ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਕਈ ਭਾਗਾਂ ਵਾਲੇ ਬੰਦੇ ਸਤਿਗੁਰ ਦੀ ਰਹਿਮਤ ਨਾਲ ਇਸ ਠੱਗ ਮੂਟੀ ਤੋਂ ਬਚ ਜਾਂਦੇ ਨੇ, ਗੁਰੂ ਗਿਆਨ ਸਦਕਾ। ਤੇ ਐਸੇ ਲੋਕਾਂ ਨੂੰ ਸਾਰੇ ਲੋਕ ਨਮਸਕਾਰ ਕਰਦੇ ਨੇ, ਉਹਨੂੰ ਸਾਰੇ ਲੋਕ ਸਿਰ ਨਿਵਾਉਂਦੇ ਨੇ, ਐਸੇ ਲੋਕਾਂ ਦਾ ਸਾਰੇ ਲੋਕ ਆਦਰ ਕਰਦੇ ਨੇ। ਇਸ ਜਨ ਕੋ ਕਰੇ ਸਭ ਨਮਸਕਾਰ ਦਾ ਮਤਲਬ ਐਸੇ ਬੰਦੇ ਨੂੰ ਸਾਰੇ ਨਮਸਕਾਰ ਕਰਦੇ ਨੇ, ਮਤਲਬ ਸਾਰੇ ਹੀ ਉਹਦਾ ਆਦਰ ਕਰਦੇ ਨੇ, ਸਤਿਕਾਰ ਕਰਦੇ ਨੇ। ਕੌਣ? ਜਿਹੜੇ ਲੋਕ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਮੋਹ ਤੋਂ, ਵਿਕਾਰਾਂ ਤੋਂ ਬਚ ਜਾਂਦੇ ਨੇ, ਜੋ ਪਿਆਰ ਮੁਹੱਬਤ ਔਰ ਸਤ ਸੰਤੋਖ ਵਾਲੀ ਜ਼ਿੰਦਗੀ ਜੀਂਦੇ ਨੇ, ਉਹਨਾਂ ਦਾ ਫਿਰ ਲੋਕ ਸਤਿਕਾਰ ਕਰਦੇ ਨੇ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਵੀ ਮਾਣ ਆਦਰ ਸਤਿਕਾਰ ਹੋਵੇ, ਤਾਂ ਗੁਰੂ ਗਿਆਨ ਮੁਤਾਬਕ ਸਾਨੂੰ ਵੀ ਇਹਨਾਂ ਵਿਕਾਰਾਂ ਤੋਂ ਬਚ ਕੇ ਗੁਣਾਂ ਨਾਲ ਜੁੜਨਾ ਚਾਹੀਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਹੁਣ ਸਾਨੂੰ ਉਪਦੇਸ਼ ਕਰ ਰਹੇ ਨੇ, ਸਾਰਾ ਕੁਝ ਸਮਝਾ ਕੇ। ਨਾਨਕ ਅਨ ਦਿਨ ਨਾਮ ਧਿਆਏ ਤੂੰ ਅੰਤਰ, ਜਿਤ ਪਾਵਹਿ ਮੋਖ ਦੁਆਰ। ਨਾਨਕ ਤੇ ਥੋੜਾ ਰੁਕਣਾ ਹੈ, ਫਿਰ ਅੰਤਰ ਤੇ ਜਾ ਕੇ ਵਿਸ਼ਰਾਮ ਲਗਾਣਾ ਹੈ। ਨਾਨਕ ਅਨ ਦਿਨ ਨਾਮ ਧਿਆਏ ਤੂੰ ਅੰਤਰ, ਜਿਤ ਪਾਵੇਂ ਮੋਖ ਦੁਆਰ। ਅਨ ਦਿਨ ਦਾ ਮਤਲਬ ਰੋਜ਼, ਹਰ ਸਮੇਂ। ਅੰਤਰ ਦਾ ਮਤਲਬ ਆਪਣੇ ਦਿਲ ਵਿੱਚ, ਹਿਰਦੇ ਵਿੱਚ, ਸੋਚ ਦੇ ਅੰਦਰ। ਧਿਆਏ ਦਾ ਮਤਲਬ ਵਸਾ, ਯਾਦ ਰੱਖ, ਧਿਆਨ ਧਰ। ਹੇ ਨਾਨਕ, ਤੂੰ ਵੀ ਹਰ ਰੋਜ਼ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਗੁਣਾਂ ਨੂੰ ਵਸਾ, ਪ੍ਰਭੂ ਦੇ ਹੁਕਮ ਨੂੰ ਵਸਾ। ਆਪਣਾ ਧਿਆਨ ਰੱਬੀ ਰਜਾ ਵਿੱਚ ਜੋੜ। ਇਹ ਚੀਜ਼ ਧਿਆਨ ਵਿੱਚ ਰੱਖ ਕਿ ਮੈਂ ਰਜਾ ਵਿੱਚ ਤੁਰਨਾ ਹੈ। ਤੇਰੇ ਧਿਆਨ ਵਿੱਚ ਰੱਬੀ ਗੁਣ ਹੋਣ, ਆਪਣੇ ਅੰਦਰ ਵਸਾ ਇਹਨਾਂ ਗੁਣਾਂ ਨੂੰ। ਤੇ ਇਹਨਾਂ ਗੁਣਾਂ ਔਰ ਰੱਬੀ ਹੁਕਮ ਦੀ ਬਰਕਤ ਨਾਲ ਜਿਤ ਪਾਵੇਂ ਮੋਖ ਦੁਆਰ, ਤੂੰ ਮੋਹ ਠਗੌਲੀ ਤੋਂ ਬਚਣ ਦਾ ਵਸੀਲਾ ਲੱਭ ਲਏਗਾ। ਤੈਨੂੰ ਮੋਕਸ਼ ਪਦਵੀ ਮਿਲ ਜਾਏਗੀ, ਮੋਕਸ਼ ਦਾ ਰਾਸਤਾ ਮਿਲ ਜਾਏਗਾ। ਉਹ ਰਾਹ ਮਿਲ ਜਾਏਗਾ ਜਿਸ ਰਾਹ ਤੇ ਚੱਲਿਆ ਇਹ ਵਿਸ਼ੇ ਵਿਕਾਰਾਂ ਦੇ ਕਦੇ ਨੇੜੇ ਵੀ ਬੰਦਾ ਨਹੀਂ ਜਾਂਦਾ। ਮਹਿਲਾ ਤੀਜਾ। ਮਾਇਆ ਮੋਹ ਵਿਸਾਰਿਆ, ਸੱਚ ਮਰਣਾ ਹਰ ਨਾਮ। ਮੋਹ ਦਾ ਮਤਲਬ ਮੋਹ ਦੇ ਕਾਰਨ, ਮੋਹ ਦੇ ਹਾਹੇ ਨਾਲ ਸਿਹਾਰੀ, ਮੋਹ ਦੇ ਕਾਰਨ। ਤਾਂ ਸੱਚ ਮਰਣਾ ਹਰ ਨਾਮ, ਵਿਸਾਰਿਆ ਦਾ ਮਤਲਬ ਭੁਲਾਇਆ ਹੋਇਆ ਹੈ। ਸੱਚ ਮਰਨਾ ਦਾ ਮਤਲਬ ਮੌਤ, ਹਰ ਨਾਮ ਦਾ ਮਤਲਬ ਪ੍ਰਭੂ ਦਾ ਹੁਕਮ। ਹੁਣ ਮੌਤ ਅਟਲ ਹੈ, ਸਰੀਰਕ ਮੌਤ ਅਟਲ ਹੈ, ਆਉਣੀ ਹੀ ਆਉਣੀ ਹੈ। ਸੱਚ ਜਿਹੜਾ ਹੈ ਸਦਾ ਹੈ, ਤੇ ਰੱਬ ਦਾ ਹੁਕਮ ਵੀ ਸਦਾ ਹੈ। ਇਹਦੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਹੁਕਮ ਤੋਂ ਬਾਹਰ ਅਸੀਂ ਕੁਝ ਕਰ ਨਹੀਂ ਸਕਦੇ। ਸੱਚ ਤੋਂ ਬਿਨਾਂ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਆ ਸਕਦੀ। ਔਰ ਜਿਹੜੀ ਮੌਤ ਹੈ, ਇੱਕ ਦਿਨ ਮਰਨਾ ਹੀ ਪੈਣਾ ਸਰੀਰ ਕਰਕੇ। ਇਹ ਤਿੰਨੇ ਚੀਜ਼ਾਂ ਜ਼ਰੂਰੀ ਨੇ, ਤੇ ਇਹ ਤਿੰਨੇ ਹੀ ਬੰਦੇ ਨੇ ਭੁਲਾਈਆਂ ਹੋਈਆਂ ਨੇ। ਤੇ ਭੁਲਾਈਆਂ ਕਿਉਂ ਨੇ? ਮਾਇਆ ਮੋਹ, ਮਾਇਆ ਦੇ ਮੋਹ ਦੇ ਕਾਰਨ। ਮਾਇਆ ਦਾ ਮਤਲਬ ਸਾਡੀ ਜਿਹੜੀ ਸੋਚ ਹੈ ਭੈੜੀ।
ਇਸ ਭੈੜੀ ਸੋਚ ਦੇ ਕਾਰਨ, ਭੈੜੀ ਸੋਚ ਦੇ ਮੋਹ ਦੇ ਕਾਰਨ ਮੌਤ ਅਟਲ ਹੈ, ਪ੍ਰਭੂ ਦਾ ਹੁਕਮ ਸਦਾ ਥਿਰ ਹੈ, ਔਰ ਸੱਚ ਜਿਹੜਾ ਹੈ ਇਹਨਾਂ ਨੂੰ ਬੰਦੇ ਨੇ ਭੁਲਾ ਦਿੱਤਾ ਹੋਇਆ ਹੈ। ਇਹ ਚੀਜ਼ਾਂ ਭੁਲਾ ਬੈਠਾ ਹੋਇਆ ਹੈ ਮੋਹ ਦੇ ਕਾਰਨ। ਤੇ ਜਿਨਨੇ ਇਹ ਚੀਜ਼ਾਂ ਭੁਲਾ ਦਿੱਤੀਆਂ ਹੋਣ, ਫਿਰ ਉਹਦੀ ਜ਼ਿੰਦਗੀ ਕਿਵੇਂ ਬੀਤਦੀ ਹੈ? ਧੰਧਾ ਕਰਤਿਆਂ ਜਨਮ ਗਿਆ, ਅੰਦਰ ਦੁੱਖ ਸਹਾਮ, ਸਹਾਮ ਦਾ ਮਤਲਬ ਸਹਾਰਦਾ ਹੈ। ਉਹਦਾ ਸਾਰਾ ਜੀਵਨ ਧੰਦੇ ਕਰਦਿਆਂ ਬੀਤ ਜਾਂਦਾ ਹੈ। ਕਜੀਏ, ਦੇਖੋ ਧੰਦੇ ਵਿੱਚ ਔਰ ਕਿਰਤ ਵਿੱਚ ਫਰਕ ਹੈ। ਕੰਮ ਹੈ, ਅਸੀਂ ਕੰਮ ਕਰਨਾ ਹੈ ਜ਼ਿੰਦਗੀ 'ਚ, ਕੰਮ ਹਰ ਬੰਦੇ ਨੂੰ ਕਰਨਾ ਪੈਣਾ ਹੈ। ਬੋਲਣਾ ਵੀ ਪੈਣਾ ਹੈ, ਸੁਣਨਾ ਵੀ ਪੈਣਾ ਹੈ, ਵੇਖਣਾ ਵੀ ਪੈਣਾ ਹੈ, ਤੁਰਨਾ ਵੀ ਪੈਣਾ ਹੈ, ਹੱਥਾਂ ਨਾਲ ਕੁਝ ਕਰਨਾ ਵੀ ਪੈਣਾ ਹੈ, ਮਨ ਨਾਲ ਸੋਚਣਾ ਵੀ ਪੈਣਾ ਹੈ, ਨਾਨਕਿਆਂ ਦਾਦਕਿਆਂ ਚਾਚਿਆਂ ਤਾਇਆਂ ਰਿਸ਼ਤੇਦਾਰਾਂ ਦੇ ਨਾਲ ਮਿਲਣਾ ਵਰਤਣਾ ਵੀ ਪੈਣਾ ਹੈ, ਸੱਜਣਾ ਦੋਸਤਾਂ ਨਾਲ। ਇਹ ਕੰਮ ਕਰਨੇ ਹੀ ਪੈਣੇ ਨੇ। ਹੁਣ ਇਸ ਕੰਮ ਦੇ ਦੋ ਰੂਪ ਨੇ। ਜੇ ਤੇ ਬੰਦਾ ਸੱਚ ਨੂੰ ਬੇਸ ਬਣਾ ਕੇ ਕੰਮ ਕਰੇਗਾ ਤਾਂ ਫਿਰ ਉਹ ਸੱਚੀ ਕਿਰਤ ਬਣ ਜਾਏਗੀ, ਉਹ ਭਗਤੀ ਬਣ ਜਾਏਗੀ, ਉਹ ਕੰਮ ਸੁੱਖਾਂ ਦੇ ਸਾਧਨ ਬਣ ਜਾਣਗੇ, ਉਹ ਕੰਮ ਇਹਨੂੰ ਦੁੱਖਾਂ ਤੋਂ ਮੁਕਤੀ ਦਿਵਾ ਦੇਣਗੇ। ਪਰ ਜੇ ਬੰਦਾ ਝੂਠ ਫਰੇਬ ਲਾਲਚ ਨੂੰ ਬੇਸ ਬਣਾ ਕੇ ਕੰਮ ਕਰੇਗਾ, ਉਹ ਕੰਮ ਇਹਦੇ ਵਾਸਤੇ ਜੰਜਾਲ ਬਣ ਜਾਣਗੇ, ਉਹ ਇਹਦੇ ਵਾਸਤੇ ਦੁੱਖਾਂ ਦਾ ਕਾਰਨ ਬਣ ਜਾਣਗੇ, ਇਹਦੇ ਆਤਮਿਕ ਜੀਵਨ ਦੇ ਵਿਕਾਸ ਦੇ ਵਿੱਚ ਰੋੜਾ ਬਣ ਜਾਣਗੇ। ਇਹ ਕਦੇ ਵੀ ਆਤਮਿਕ ਜੀਵਨ ਵਾਲੇ, ਇਨਸਾਨੀਅਤ ਵਾਲੇ ਪਾਸੇ ਵੱਧ ਨਹੀਂ ਸਕੇਗਾ, ਉਹ ਜੰਜਾਲ ਬਣ ਜਾਏਗਾ। ਹੁਣ ਬੰਦੇ ਦੀ ਆਪਣੀ ਮਰਜ਼ੀ ਹੈ ਕਿ ਇਹਨਾਂ ਕੰਮਾਂ ਨੂੰ ਭਗਤੀ ਬਣਾਉਣਾ ਹੈ, ਕਿਰਤ ਬਣਾਉਣਾ ਹੈ, ਕਿ ਜੰਜਾਲ ਪੈਰਾਂ ਦੀਆਂ ਬੇੜੀਆਂ ਬਣਾਉਣਾ ਹੈ। ਇਹ ਕਰਮ ਸੁੱਖ ਵੀ ਦੇਣਗੇ, ਦੁੱਖ ਵੀ ਦੇਣਗੇ। ਹੁਣ ਇਹਨਾਂ ਕੰਮਾਂ ਨੂੰ, ਜਿਹੜੇ ਅਸੀਂ ਕੰਮ ਕਰਦੇ ਹਾਂ, ਉਹਨਾਂ ਨੂੰ ਸੁੱਖ ਪੈਦਾ ਕਰਨ ਲਈ ਵਰਤਣਾ ਹੈ ਜਾਂ ਦੁੱਖ ਪੈਦਾ ਕਰਨ ਲਈ, ਚੁਆਇਸ ਬੰਦੇ ਦੀ ਆਪਣੀ ਹੈ। ਪਰ ਅਫਸੋਸ ਨਾਲ ਕਹਿਣਾ ਪੈਂਦਾ ਵੀ ਬੰਦੇ ਨੇ ਢੰਗ ਉਹ ਵਰਤਿਆ ਹੈ ਜਿਹੜਾ ਦੁੱਖ ਪੈਦਾ ਕਰਦਾ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੇ ਮਾਇਆ ਮੋਹ ਦੇ ਕਾਰਨ ਸੱਚ ਨੂੰ, ਪ੍ਰਭੂ ਦੇ ਗੁਣਾਂ ਨੂੰ, ਰੱਬੀ ਹੁਕਮ ਨੂੰ ਔਰ ਆਤਮਿਕ ਮੌਤ ਨੂੰ, ਕਿ ਮੈਂ ਆਤਮਿਕ ਮੌਤ ਤੇ ਵੀ ਮਰ ਰਿਹਾ, ਇਹਨਾਂ ਚੀਜ਼ਾਂ ਨੂੰ ਭੁਲਾ ਦਿੱਤਾ ਹੈ, ਉਹ ਸਾਰੀ ਜ਼ਿੰਦਗੀ ਕਜਗੀ ਹੀ ਕਰਦੇ ਰਹਿੰਦੇ ਨੇ, ਜੰਜਾਲ ਵਿੱਚ ਹੀ ਫਸੇ ਰਹਿੰਦੇ ਨੇ, ਧੰਦੇ ਹੀ ਕਰਦੇ ਰਹਿੰਦੇ ਨੇ, ਔਰ ਉਹਨਾਂ ਦੇ ਅੰਦਰ ਹਮੇਸ਼ਾ ਦੁੱਖ ਔਰ ਅਸ਼ਾਂਤੀ ਬਣੀ ਰਹਿੰਦੀ। ਨਾਨਕ ਸਤਿਗੁਰ ਸੇਵ ਸੁਖ ਪਾਇਆ, ਜਿਨ ਪੂਰਬ ਲਿਖਿਆ ਕਰਾਮ। ਕਰਾਮ ਦਾ ਮਤਲਬ ਕਰਮ, ਪੂਰਬ ਦਾ ਮਤਲਬ ਪੂਰਬ ਵਿੱਚ, ਸੇਵ ਦਾ ਮਤਲਬ ਸੇਵਾ ਕਰਕੇ, ਪੂਰਬ ਦਾ ਮਤਲਬ ਸ਼ੁਰੂ ਤੋਂ, ਲਿਖਿਆ ਕਰਾਮ ਦਾ ਮਤਲਬ ਜਿਨ੍ਹਾਂ ਨੇ ਸ਼ੁਰੂ ਤੋਂ ਮੱਥੇ ਦੇ ਉੱਤੇ ਕਰਮ ਲਿਖਿਆ ਹੈ। ਹੁਣ ਦੇਖੋ, ਕਰਮ ਅਸੀਂ ਲਿਖ ਰਹੇ ਹਾਂ, ਕਲਮ ਰੱਬ ਦੀ ਵੀ ਚੱਲ ਰਹੀ ਹੈ ਤੇ ਕਲਮ ਸਾਡੀ ਵੀ ਚੱਲ ਰਹੀ ਹੈ। ਮੈਂ ਬੇਨਤੀ ਕਰਾਂ ਕਿ ਇੱਕ ਬੱਚਾ ਹੈ ਨਾ, ਸਕੂਲ ਵਿੱਚ ਪੜ੍ਹ ਰਿਹਾ ਹੈ, ਮਾਸਟਰ ਨੇ ਪੜ੍ਹਾਇਆ, ਸਾਰਾ ਸਾਲ ਪੜ੍ਹਾਇਆ, ਮਾਸਟਰ ਬਲੈਕ ਬੋਰਡ ਦੇ ਉੱਤੇ ਲਿਖ ਕੇ ਦੱਸਦਾ ਰਿਹਾ ਹੈ, ਬੱਚੇ ਪੜ੍ਹਦੇ ਰਹੇ ਨੇ, ਔਰ ਸਾਲ ਬਾਅਦ ਬੱਚਿਆਂ ਨੂੰ ਪੇਪਰ ਦਿੱਤਾ ਗਿਆ ਹੈ, ਉਹ ਵੀ ਲਿਖਿਆ ਹੋਇਆ ਦਿੱਤਾ ਹੈ ਨਾ ਪੇਪਰ, ਤੇ ਫਿਰ ਬੱਚਿਆਂ ਦੀ ਕਲਮ ਚੱਲੀ ਹੈ, ਬੱਚਿਆਂ ਨੇ ਅੱਗੋਂ ਕੁਝ ਲਿਖਿਆ ਹੈ, ਬੱਚਿਆਂ ਦੀ ਕਲਮ ਚੱਲੀ, ਤੇ ਬੱਚਿਆਂ ਦੇ ਲਿਖੇ ਹੋਏ ਨੂੰ ਵੇਖ ਕੇ ਮਾਸਟਰ ਨੇ ਉਹਨਾਂ ਨੂੰ ਨੰਬਰ ਦਿੱਤੇ। ਕਿਸੇ ਦੇ 40% ਆ ਗਏ, ਕਿਸੇ ਦੇ 50, ਕਿਸੇ ਦੇ 95, ਕਿਸੇ ਦੇ 60%। ਹੁਣ ਨੰਬਰ ਮਾਸਟਰ ਦੀ ਕਲਮ ਦੇ ਰਹੀ ਹੈ, ਪਰ ਦੇ ਕਿਵੇਂ ਰਹੀ ਹੈ? ਜਿਵੇਂ ਬੱਚਿਆਂ ਦੀ ਕਲਮ ਚੱਲੀ ਹੈ। ਇੱਕ ਦੀ ਕਲਮ ਚੱਲੀ 2 + 2 = 4, ਉਹਨੂੰ ਮਾਸਟਰ ਨੇ ਦਿੱਤੇ 10 ਨੰਬਰ, ਤੇ ਇੱਕ ਨੇ ਲਿਖਿਆ 2 + 2 = 3, 5 ਜਾਂ 0, ਉਹਨੂੰ ਨੰਬਰ ਕਿੰਨੇ ਮਿਲਣਗੇ? 0 ਨਾ। ਜੇ ਤੁਹਾਨੂੰ ਵੀ, ਤੁਸੀਂ ਟੀਚਰ ਹੋ ਤੇ ਕਿੰਨੇ ਨੰਬਰ ਦਿਓਗੇ ਉਹਨੂੰ? 2 + 2 = 0, ਕਿੰਨੇ ਨੰਬਰ ਦਿਓਗੇ? 0 ਨਾ। ਤਾਂ ਫਿਰ ਮਾਸਟਰ ਦੀ ਕਲਮ ਕਿਵੇਂ ਚੱਲੀ? ਤੁਹਾਡੀ ਕਲਮ ਕਰਕੇ ਨਾ। ਇਸ ਲਈ ਜਿਹੜੇ ਆ ਕਰਮ ਨੇ ਨਾ, ਜਿਹੜੇ ਸੁੱਖ ਔਰ ਦੁੱਖ ਨੇ, ਅਸੀਂ ਪਹਿਲਾਂ ਕਲਮ ਚਲਾਈ ਹੈ, ਕਰਮ ਕੀਤੇ ਨੇ, ਫਿਰ ਰੱਬ ਦੇ ਸਿਸਟਮ ਵਿੱਚ ਰੱਬ ਦੀ ਕਲਮ ਚੱਲੀ ਹੈ, ਸਾਨੂੰ ਨੰਬਰ ਮਿਲੇ ਨੇ, ਸੁੱਖ ਜਾਂ ਦੁੱਖ, ਸ਼ਾਂਤੀ ਜਾਂ ਅਸ਼ਾਂਤੀ, ਸਾਡੇ ਕਰਮ ਨੇ ਜੋ ਅਸੀਂ ਲਿਖ ਰਹੇ ਹਾਂ ਅੰਦਰ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੇ ਪੂਰਬ ਵਿੱਚ ਜਿਹੜੀ ਅਸੀਂ ਪਿੱਛੇ ਜ਼ਿੰਦਗੀ ਜੀਵੀ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅੰਦਰ ਗੁਰੂ ਦੀ ਸੇਵਾ ਕਰਕੇ, ਗੁਰੂ ਦੇ ਗਿਆਨ ਰਾਹੀਂ ਆਪਣੇ ਅੰਦਰ ਸ਼ੁਭ ਲੇਖ ਲਿਖੇ ਨੇ, ਆਪਣੇ ਅੰਦਰ ਸ਼ੁਭ ਸੰਸਕਾਰ ਲਿਖੇ ਨੇ, ਉਹਨਾਂ ਨੇ ਸੁੱਖ ਪਾਇਆ ਹੈ। ਹੁਣ ਸਮਝ ਆਈ ਜੀ ਕਿ ਸਾਡੇ ਸੁੱਖ ਔਰ ਦੁੱਖ ਸਾਡੇ ਆਪਣੀ ਜ਼ਿੰਮੇਵਾਰੀ ਹੈ।
ਸਾਡੇ ਆਪਣੇ ਕੀਤੇ ਕਰਮਾਂ ਦੇ ਫਲ ਨੇ, ਔਰ ਇਸ ਸਿਸਟਮ ਦੇ ਵਿੱਚ ਉਹ ਹੀ ਮਿਲੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਜਿਨ੍ਹਾਂ ਨੇ ਮੁੱਢ ਤੋਂ ਹੀ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਸ਼ੁਭ ਸੰਸਕਾਰ ਆਪਣੀ ਜ਼ਿੰਦਗੀ ਵਿੱਚ ਲਿਖੇ ਨੇ, ਉਹਨਾਂ ਨੇ ਸੁਖ ਪਾ ਲਿਆ। ਤੇ ਜਿਨ੍ਹਾਂ ਨੇ ਆਪਣੇ ਅੰਦਰ ਵਿਸ਼ੇ ਵਿਕਾਰ ਵਾਲੇ ਸੁਭਾਅ ਪੈਦਾ ਕਰ ਲੈਣੇ, ਦੁਖੀ। ਪੌੜੀ, ਲੇਖਾ ਪੜ੍ਹੀਐ ਹਰ ਨਾਮ, ਫਿਰ ਲੇਖ ਨਾ ਹੋਈ। ਹੁਣ ਜੇ ਹਰੀ ਨਾਮ ਦਾ ਲੇਖਾ ਪੜ੍ਹ ਲਈਏ ਦਾ ਮਤਲਬ ਸਮਝ ਲਈਏ। ਹਰ ਨਾਮ ਦਾ ਮਤਲਬ ਰੱਬੀ ਹੁਕਮ। ਜੇ ਬੰਦਾ ਰੱਬੀ ਹੁਕਮ ਦੇ ਲੇਖੇ ਨੂੰ ਪੜ੍ਹ ਲੈ ਦਾ ਮਤਲਬ ਸਮਝ ਲੈ, ਫਿਰ ਲੇਖ ਨਾ ਹੋਈ, ਫਿਰ ਉਹਦਾ ਲੇਖਾ ਜੋਖਾ ਨਹੀਂ ਹੁੰਦਾ, ਫਿਰ ਉਹਨੂੰ ਮਾੜੇ ਕਰਮਾਂ ਦਾ ਲੇਖਾ ਨਹੀਂ ਭੁਗਤਣਾ ਪੈਂਦਾ। ਫਿਰ ਜਿਹੜਾ ਕਹਿੰਦੇ ਨੇ ਚਿੱਤਰਗੁਪਤ ਦੇ ਲੇਖੇ ਤੇ ਫਲਾਣੇ ਲੇਖੇ, ਤੇ ਉਹ ਲੇਖੇ ਨਹੀਂ ਹੁੰਦੇ ਕੋਈ ਵੀ, ਉਹ ਸਾਰੇ ਵਹਿਮ ਨਿਕਲ ਜਾਂਦੇ ਨੇ। ਜੇ ਰੱਬੀ ਹੁਕਮ ਨੂੰ ਸਮਝ ਲਿਆ ਜਾਏ ਤਾਂ ਫਿਰ ਦੁੱਖਾਂ ਦਾ, ਪਾਪਾਂ ਦਾ, ਵਿਕਾਰਾਂ ਦਾ ਲੇਖ ਅੰਦਰ ਪੈਦਾ ਨਹੀਂ ਹੁੰਦਾ। ਲੇਖਾ ਪੜ੍ਹੀਏ ਹਰ ਨਾਮ ਦਾ ਮਤਲਬ ਰੱਬੀ ਹੁਕਮ। ਪੜ੍ਹੀਏ ਦਾ ਮਤਲਬ ਜੇ ਪੜ੍ਹ ਲਈਏ ਦਾ ਮਤਲਬ ਸਮਝ ਲਈਏ। ਜੇ ਰੱਬੀ ਹੁਕਮ ਦੇ ਲੇਖ ਨੂੰ ਸਮਝ ਲਿਆ ਜਾਏ ਕਿ ਰੱਬੀ ਹੁਕਮ ਦੇ ਅੰਦਰ ਚੱਲ ਕੇ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਮਿਲਣੀ ਹੈ, ਫਿਰ ਲੇਖ ਨਾ ਹੋਈ, ਫਿਰ ਉਹਦਾ ਲੇਖਾ ਜੋਖਾ ਨਹੀਂ ਲਿਆ ਜਾਂਦਾ। ਮਤਲਬ ਉਹਦਾ ਜਿਹੜਾ ਲੇਖਾ ਜੋਖਾ ਹੈ ਉਹ ਥਾਂ ਪੈ ਜਾਂਦਾ ਹੈ, ਉਹਦੀ ਕਿਰਤ ਕੀਤੀ ਹੋਈ ਥਾਂ ਪੈ ਜਾਂਦੀ ਹੈ। ਉਹਨੂੰ ਫਿਰ ਦੁੱਖਾਂ ਦਾ ਲੇਖਾ ਨਹੀਂ ਲਿਖਣਾ ਪੈਂਦਾ, ਨਹੀਂ ਉਹਨੂੰ ਦੁੱਖ ਭੋਗਣੇ ਪੈਂਦੇ। ਪੁੱਛ ਨਾ ਸਕੈ ਕੋਏ, ਹਰ ਦਰ ਸਦ ਢੋਈ। ਉਹਨੂੰ ਪ੍ਰਭੂ ਦੇ ਦਰ ਤੇ ਹਮੇਸ਼ਾ ਢੋਈ ਮਿਲੀ ਰਹਿੰਦੀ ਹੈ, ਤੇ ਉਹਨੂੰ ਕੋਈ ਪੁੱਛ ਵੀ ਨਹੀਂ ਸਕਦਾ, ਯਾਨੀ ਉਹਦੇ ਨੇੜੇ ਵੀ ਨਹੀਂ ਕੋਈ ਜਾ ਸਕਦਾ। ਲੇਖਾ ਲੈਣਾ ਤਾਂ ਦੂਰ ਦੀ ਗੱਲ, ਪੁੱਛ ਵੀ ਨਹੀਂ ਸਕਦਾ, ਉਹਦੇ ਵੱਲ ਕੋਈ ਉਂਗਲੀ ਵੀ ਨਹੀਂ ਕਰ ਸਕਦਾ। ਕੋਈ ਕਾਮ, ਕੋਈ ਕ੍ਰੋਧ, ਕੋਈ ਲੋਭ, ਕੋਈ ਵਿਕਾਰ ਉਹਦੇ ਨੇੜੇ ਨਹੀਂ ਜਾ ਸਕਦਾ, ਉਹਦੀ ਕੋਈ ਫਿਰ ਪੁੱਛ ਨਹੀਂ ਹੁੰਦੀ। ਔਰ ਐਸੇ ਇਨਸਾਨਾਂ ਤੋਂ ਦੇ ਉੱਤੇ ਕਦੇ ਸ਼ੱਕ ਵੀ ਨਹੀਂ ਕੀਤਾ ਜਾ ਸਕਦਾ, ਜਿਹੜੇ ਇਮਾਨਦਾਰ ਲੋਕ ਨੇ। ਤਾਂ ਜਿਨ੍ਹਾਂ ਨੂੰ ਰੱਬ ਦੇ ਦਰ ਤੇ ਢੋਈ ਮਿਲੀ ਰਹਿੰਦੀ ਹੈ, ਜਿਨ੍ਹਾਂ ਦਾ ਲੇਖਾ, ਜਿਹੜੇ ਰੱਬੀ ਹੁਕਮ ਦੇ ਲੇਖ ਨੂੰ ਸਮਝ ਲੈਂਦੇ ਨੇ, ਉਹਨਾਂ ਨੂੰ ਫਿਰ ਕੋਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੁੱਛਦਾ ਤੱਕ ਨਹੀਂ, ਉਹਨਾਂ ਦੇ ਨੇੜੇ ਤੱਕ ਨਹੀਂ ਜਾਂਦਾ, ਨੇੜੇ ਨਹੀਂ ਟੁੱਕਦਾ। ਜਮਕਾਲ ਮਿਲੇ ਦੇ ਭੇਟ, ਸੇਵਕ ਨਿਤ ਹੋਈ। ਇੱਥੇ ਜਮਕਾਲ ਦਾ ਮਤਲਬ ਹੈ ਜਮ ਦੇ ਜਿਹੜੇ ਕਾਲ। ਜਮਕਾਲ ਦਾ ਮਤਲਬ ਮੌਤ ਲਿਆਉਣ ਵਾਲੇ ਜਿਹੜੇ ਵਿਸ਼ੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ। ਇੱਥੇ ਜਮਕਾਲ ਦਾ ਮਤਲਬ ਕਾਮ, ਕ੍ਰੋਧ, ਲੋਭ, ਮੋਹ ਲੋਕਾਂ ਨੂੰ ਦੁਖੀ ਕਰ ਰਹੇ ਨੇ, ਲੇਕਿਨ ਉਹਨੂੰ ਭੇਟ ਦੇ ਕੇ ਉਹਦੇ ਚਰਨਾਂ ਵਿੱਚ ਆ ਜੁੜਦੇ ਨੇ। ਸੇਵਕ ਨਿਤ ਹੋਈ, ਉਹਦੇ ਸੇਵਕ ਹੋ ਜਾਂਦੇ ਨੇ। ਇਹ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਨਾ, ਆਮ ਦੁਨੀਆ ਇਹਨਾਂ ਤੋਂ ਦੁਖੀ ਹੈ, ਪਰ ਜਿਹੜੇ ਰੱਬੀ ਰਜ਼ਾ ਨੂੰ ਸਮਝਣ ਵਾਲੇ, ਸਿਸਟਮ ਨੂੰ ਫੋਲੋ ਕਰਨ ਵਾਲੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਵਾਲੇ ਨੇ, ਇਹ ਉਹਨਾਂ ਨੂੰ ਭੇਟਾ ਦੇ ਕੇ ਮਿਲਦੇ ਨੇ, ਕਾਮ, ਕ੍ਰੋਧ ਆਦਿ, ਔਰ ਉਹਨਾਂ ਦੇ ਸੇਵਕ ਹੋ ਜਾਂਦੇ ਨੇ ਭੇਟਾ ਸੁੱਖਾਂ ਦੀ। ਕਿਉਂਕਿ ਉਹਨਾਂ ਦਾ ਜਿਹੜਾ ਕਾਮ ਹੈ ਉਹ ਲੱਜਾ ਹਿਆ ਵਿੱਚ ਕਨਵਰਟ ਹੋ ਜਾਂਦਾ ਹੈ, ਉਹਨਾਂ ਦੇ ਕਾਮ ਕੰਟਰੋਲ ਵਿੱਚ ਹੈ। ਉਹ ਕ੍ਰੋਧ ਨੂੰ ਬੀਰ ਰਸ ਦੇ ਰੂਪ ਵਿੱਚ ਵਰਤਦੇ ਨੇ, ਉਹ ਲੋਭ ਨੂੰ ਸੰਤੋਖ ਦੇ ਰੂਪ ਵਿੱਚ ਵਰਤਦੇ ਨੇ, ਮੋਹ ਨੂੰ ਪ੍ਰੇਮ ਦੇ ਰੂਪ ਵਿੱਚ ਵਰਤਦੇ ਨੇ, ਉਹ ਹੰਕਾਰ ਨੂੰ ਸਵਾਭਿਮਾਨ ਦੇ ਰੂਪ ਵਿੱਚ ਵਰਤਦੇ ਨੇ। ਇਹ ਪੰਜੇ ਹੀ ਉਹਨਾਂ ਦੇ ਦਾਸ ਹੋ ਜਾਂਦੇ ਨੇ, ਭੇਟਾ ਦਿੰਦੇ ਨੇ। ਸਗੋਂ ਇਹ ਜਿਹੜੇ ਪੰਜ ਨੇ ਉਹੀ ਉਹਦੇ ਸੁੱਖਾਂ ਦਾ ਕਾਰਨ ਬਣ ਜਾਂਦੇ ਨੇ। ਗੱਲ ਤਾਂ ਵਰਤੋਂ ਦੀ ਹੈ। ਪੂਰੇ ਗੁਰ ਤੇ ਮਹਿਲ ਪਾਇਆ, ਪਤ ਪ੍ਰਗਟ ਲੋਈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪੂਰੇ ਗੁਰੂ ਦੇ ਰਾਹੀਂ ਆਤਮਕ ਟਿਕਾਣਾ ਮਿਲਦਾ ਹੈ, ਰੱਬੀ ਚਰਨਾਂ ਵਿੱਚ ਨਿਵਾਸ ਮਿਲਦਾ ਹੈ, ਔਰ ਪੂਰੇ ਲੋਕਾਂ ਦੇ ਅੰਦਰ, ਮਤਲਬ ਪੂਰੀ ਦੁਨੀਆ ਦੇ ਅੰਦਰ ਉਹਦੀ ਪਤ ਪ੍ਰਗਟ ਹੋ ਜਾਂਦੀ ਹੈ, ਇੱਜ਼ਤ ਉੱਗੀ ਹੋ ਜਾਂਦੀ ਹੈ। ਪਰ ਇਹ ਜਿਹੜੀ ਮੇਲ ਵਾਲੀ ਅਵਸਥਾ ਹੈ ਨਾ, ਇਹ ਗੁਰੂ ਰਾਹੀਂ ਮਿਲਦੀ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਿਆ ਮਨੁੱਖ ਪ੍ਰਭੂ ਦੇ ਵਿੱਚ ਲੀਨ ਹੁੰਦਾ ਹੈ, ਐਸੀ ਅਵਸਥਾ ਉਹਦੀ ਬਣਦੀ ਹੈ, ਮਤਲਬ ਐਸੀ ਜ਼ਿੰਦਗੀ ਉਹ ਜੀਂਦਾ ਹੈ। ਤੇ ਜੋ ਇਨਸਾਨ ਐਸੀ ਜ਼ਿੰਦਗੀ ਜੀਂਦਾ ਹੈ, ਉਹਦੀ ਫਿਰ ਇੱਜ਼ਤ ਉੱਗੀ ਹੋ ਜਾਂਦੀ ਹੈ, ਸੰਸਾਰ ਵਿੱਚ ਉਹਨੂੰ ਮਾਣ ਮਿਲਦਾ ਹੈ। ਨਾਨਕ ਅਨਹਦ ਧੁਨੀ ਦਰ ਵੱਜਦੇ, ਮਿਲਿਆ ਹਰ ਸੋਈ। ਅਨਹਦ ਦਾ ਮਤਲਬ ਇੱਕ ਰਸ, ਲਗਾਤਾਰ, ਕੰਟੀਨਿਊ। ਧੁਨੀ ਦਾ ਮਤਲਬ ਸੁਰ, ਅਨਹਦ ਧੁਨੀ ਦਾ ਮਤਲਬ ਇੱਕ ਸੁਰ ਵਾਜੇ, ਖੁਸ਼ੀ ਦੇ ਵਾਜੇ। ਮਿਲਿਆ ਹਰ ਸੋਈ ਦਾ ਮਤਲਬ ਜੋ ਪ੍ਰਭੂ ਦੇ ਚਰਨਾਂ ਦੇ ਵਿੱਚ ਮਿਲ ਪੈਂਦਾ ਹੈ। ਜਦੋਂ ਮਨੁੱਖ ਰੱਬੀ ਰਜ਼ਾ ਦੇ ਰਾਹੀਂ ਰੱਬ ਵਿੱਚ ਮਿਲ ਜਾਂਦਾ ਹੈ,
ਯਾਨੀ ਮਨੁੱਖ ਦੀ ਸੋਚ ਰੱਬੀ ਸੋਚ ਵਿੱਚ ਮਿਲ ਜਾਂਦੀ ਹੈ, ਉਦੋਂ ਫਿਰ ਉਹਦੇ ਅੰਦਰ ਲਗਾਤਾਰ ਖੁਸ਼ੀਆਂ ਦੇ ਵਾਜੇ ਵੱਜਦੇ ਨੇ। ਇਹ ਨਹੀਂ ਕਿ ਅੰਦਰ ਬੈਂਡ ਵੱਜਦੇ ਨੇ, ਖੁਸ਼ੀਆਂ ਦੇ ਵਾਜੇ, ਉਹਦੇ ਅੰਦਰ ਚੜ੍ਹਦੀ ਕਲਾ ਹੈ, ਉਹਦੇ ਅੰਦਰ ਸੱਚ ਹੈ, ਸੰਤੋਖ ਹੈ, ਖੁਸ਼ੀ ਹੈ, ਆਨੰਦ ਹੈ, ਪ੍ਰਸੰਨਤਾ ਹੈ। ਉਹਦੇ ਅੰਦਰ ਮਾਨੋ ਹਮੇਸ਼ਾ ਹਮੇਸ਼ਾ ਖੁਸ਼ੀਆਂ ਦੇ ਖੇੜਿਆਂ ਦੇ ਵਾਜੇ ਵੱਜਦੇ ਨੇ। ਜਿਹੜਾ ਇਨਸਾਨ ਪ੍ਰਭੂ ਦੇ ਨਾਲ ਮਿਲ ਪੈਂਦਾ ਹੈ ਤਾਂ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਵੀ ਐਸੀ ਜ਼ਿੰਦਗੀ ਜੀ ਸਕੀਏ ਔਰ ਐਸੇ ਜੀਵਨ ਦਾ ਆਨੰਦ ਮਾਣ ਸਕੀਏ। ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵ ਆਪ ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਕੋਈ ਆਪਣਾ ਵਿਊਜ਼ ਦੇਣਾ ਹੈ ਤਾਂ ਅਨਮਿਊਟ ਹੋ ਕੇ ਵਿਊਜ਼ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।